Ankal, my name is Paul Jali. हमेशा की तरह every Monday ਆਪਾਂ 6 to 7 immigration law ਬਾਰੇ ਅਸੀਂ ਸਾਡੇ ਨਾਲ ਸਰਦਾਰ ਇਕਬਾਲਦੀਪ ਸਿੰਘ ਸਪੈਸ਼ਲਿਸਟ ਇਨ ਇਮੀਗ੍ਰੇਸ਼ਨ ਦੇ ਵਿੱਚ ਉਹ ਸ਼ੋਅ ਲੈ ਕੇ ਆਉਂਦੇ ਹਾਂ। ਹਮੇਸ਼ਾ ਮੈਂ ਹਰ ਦਫਾ ਰਿਪੀਟ ਕਰਦਾ, ਲੋਕਡਾਊਨ ਵੀ ਹੈਗਾ, ਕੋਈ ਫਰਕ ਨਹੀਂ ਪਿਆ। ਫਰਕ ਇਨ ਅ ਸੈਂਸ ਸ਼ੋਅ ਜਾਰੀ ਹੈਗੇ ਨੇ, ਦ ਸ਼ੋਅ ਹੈਜ਼ ਟੂ ਗੋ ਔਨ। ਵੀਡੀਓ ਕਾਲ ਦੇ ਥਰੂ ਅਸੀਂ ਲਿੰਕ ਕਰਕੇ ਇਕਬਾਲਦੀਪ ਦੇ ਨਾਲ ਸਵਾਲ ਜਵਾਬ ਕਰਾਂਗੇ। ਜਿਹੜੇ ਸਾਨੂੰ ਸਵਾਲ ਆਉਂਦੇ ਨੇ ਲੋਕਾਂ ਦੇ ਪਹਿਲੇ ਸਾਨੂੰ ਰੀਡ ਕਰਕੇ ਪੁੱਛ ਲੈਂਦੇ ਨੇ। ਮੇਰੇ ਪਾਸ ਲਿਸਟ ਵਗੈਰਾ ਹੈਗੀ ਜੋ ਮੈਂ ਉਹਨਾਂ ਨੂੰ ਪੁੱਛਾਂਗਾ। ਇਨ ਦਾ ਮੀਨ ਟਾਈਮ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਜੀ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੰਟੀਨਿਊ ਰੱਖਿਆ ਸ਼ੋਅ ਆਪਣਾ, ਤੇ ਜਿੱਦਾਂ ਸਾਡੀ ਡਿਊਟੀ ਬਣਦੀ ਹੈ ਅਸੀਂ ਕੰਟੀਨਿਊ ਰੱਖਾਂਗੇ ਕਮਿਊਨਿਟੀ ਨੂੰ ਸਰਵ ਕਰਨਾ ਆਪਣੇ ਤਰੀਕੇ ਨਾਲ, ਜਿੰਨੀ ਵੀ ਇਨਫੋਰਮੇਸ਼ਨ ਦੇ ਸਕੀਏ। ਬਿਲਕੁਲ, ਬਹੁਤ ਅੱਛੇ। ਹਮੇਸ਼ਾ ਦੀ ਤਰ੍ਹਾਂ ਮੇਰੇ ਪਾਸ ਥੋੜ੍ਹੇ ਬਹੁਤੇ ਸਵਾਲ ਹੈਗੇ ਨੇ। ਪਹਿਲਾਂ ਨਿਊ ਰੈਗੂਲੇਸ਼ਨ ਵਗੈਰਾ ਕੀ ਉਹਦੇ ਬਾਰੇ ਥੋੜ੍ਹਾ ਮੈਨੂੰ ਡਿਸਕ੍ਰਾਈਬ ਕਰੋ, ਪਰ ਜਿੱਦਾਂ ਜਿੱਦਾਂ ਟਾਈਮ ਹੋਏਗਾ ਤੇ ਉਹਦੇ ਮੁਤਾਬਿਕ ਸਵਾਲ ਪੁੱਛਾਂਗਾ ਮੈਂ। ਹਾਂਜੀ ਹਾਂਜੀ, ਚੰਗੀ ਗੱਲ ਹੈ ਤੁਸੀਂ ਮੈਨੂੰ ਪੁੱਛਿਆ ਵੀ ਰੀਸੈਂਟ ਅਪਡੇਟਸ ਕੀ ਹੈਗੀਆਂ ਇਹਦੇ ਵਿੱਚ। ਜਿਹੜੀਆਂ ਕਿ ਰੀਸੈਂਟ ਅਪਡੇਟਸ ਹੈਗੀਆਂ ਹਾਂਜੀ, ਉਹ ਇਹ ਹੈ, ਜਿੱਦਾਂ ਅਸੀਂ ਲਾਸਟ ਸ਼ੋਅ ਦੇ ਉੱਤੇ ਕਿਹਾ ਸੀਗਾ ਵੀ ਜਿਹੜੇ ਅਦਰ ਦੈਨ ਟੀਅਰ 2 ਦੇ ਉੱਤੇ ਜਿਹੜੇ NHS ਦੇ ਵਿੱਚ ਕੰਮ ਕਰਦੇ ਹੈਗੇ ਉਹਨਾਂ ਦੀ ਕੋਈ ਬੜੀ ਅਨਸਰਟਨ ਸਿਚੁਏਸ਼ਨ ਹੈ, ਤੇ ਉਹਨਾਂ ਦਾ ਕੋਈ ਕਲੈਰੀਫਾਈ ਨਹੀਂ ਹੋਇਆ ਹੈਗਾ ਵੀ ਉਹਨਾਂ ਦਾ ਕਿੱਦਾਂ ਹੋਣਗੇ। ਪਰ ਉਹਦੇ ਉੱਤੇ ਹੁਣ ਕਲੈਰੀਫਿਕੇਸ਼ਨ ਆ ਗਈ, ਉਹਦੇ ਉੱਤੇ ਪਾਲਿਸੀ ਆ ਗਈ ਹੈਗੀ ਹੈ। ਤੇ ਜਿਹੜੀ ਆਪਣੀ ਇੱਥੇ ਦੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਆਪਣੀ ਯੂਨਾਈਟਿਡ ਕਿੰਗਡਮ ਦੀ, ਉਹਨਾਂ ਦੇ ਜਿਹੜੇ ਨਾਟ ਜਸਟ ਦ ਡਾਕਟਰਸ ਤੇ ਨਰਸਿਸ, ਉਹਨਾਂ ਦੇ ਜਿਹੜੇ ਅਦਰ ਜਿਹੜੇ ਹੈਗੇ ਆ ਫਰੰਟ ਲਾਈਨ ਵਰਕਰਸ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਆ ਵੀ ਜਿਹੜੇ ਅਦਰ ਦੈਨ ਜਿਹੜੇ ਡਾਕਟਰਸ ਤੇ ਹੈਗੇ ਆ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਹੈਗਾ ਵੀ ਉਹਨਾਂ 1 ਸਾਲ ਦੀ ਵੀਜ਼ਾ ਐਕਸਟੈਂਸ਼ਨ ਦੇਣਗੇ ਉਹਨਾਂ ਨੂੰ, ਜਿਹਦੇ ਵਿੱਚ ਇਨਕਲੂਡ ਕੀਤੇ ਹੈਗੇ ਕਾਫੀ ਵੱਡੀ ਲਿਸਟ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੈਗੇ ਆ ਜਿੱਦਾਂ ਜਿਹੜੇ ਪੈਰਾਮੈਡਿਕਸ ਜਿਹੜੇ ਹੋ ਗਏ, ਫਾਰਮਾਸਿਸਟ ਹੋ ਗਏ, ਜਿਹੜੇ ਮਿਡਵਾਈਫ ਜਿਹੜੀਆਂ ਹੋ ਗਈਆਂ ਉਹ ਹੋ ਗਈਆਂ, ਸੋਸ਼ਲ ਵਰਕਰਸ ਹੋ ਗਏ, ਰੇਡੀਓਗ੍ਰਾਫਰਸ ਹੋ ਗਏ, ਜਿਹੜੇ ਕਿ ਅਦਰ ਜਿਹੜੇ ਆਪਣਾ NHS ਦੇ ਵਿੱਚ ਕੰਮ ਕਰਦੇ ਹੈਗੇ, ਨਾਟ ਜਸਟ ਡਾਕਟਰਸ ਐਂਡ ਨਰਸਿਸ। ਇਹ ਉਹਨਾਂ ਨੇ ਹੁਣ ਇੰਟਰੋਡਿਊਸ ਕਰ ਦਿੱਤੀ ਹੈਗੀ ਹੈ ਅਮੈਂਡਮੈਂਟ, ਜਿਹੜੀ ਕਿ ਬੜੀ ਹੈਲਪਫੁਲ ਹੈਗੀ ਹੈ ਲੋਕਾਂ ਵਾਸਤੇ ਜਿਹੜੇ ਕਿ ਦੂਸਰੇ ਪ੍ਰੋਫੈਸ਼ਨਸ ਦੇ ਵਿੱਚ ਵੀ ਆਉਂਦੇ ਹੈਗੇ ਆ। ਕਾਫੀ ਵੱਡੀ ਲਿਸਟ ਹੈਗੀ ਆ, ਕਾਫੀ ਉਹਦੇ ਵਿੱਚ ਉਹਨਾਂ ਨੇ ਡੀਟੇਲਸ ਦਿੱਤੀਆਂ ਹੈਗੀਆਂ। ਪੈਰਾਮੈਡਿਕ, ਫਾਰਮਾਸਿਸਟ, ਫਿਜ਼ੀਓਥੈਰੇਪਿਸਟ, ਸਾਈਕੋਲੋਜਿਸਟ, ਸੋਸ਼ਲ ਵਰਕਰਸ, ਹੈਲਥ ਕੇਅਰ ਪ੍ਰੋਫੈਸ਼ਨਲਸ, ਡੈਂਟਲ ਪ੍ਰੈਕਟੀਸ਼ਨਰਸ, ਬਾਇਓਲੋਜੀਕਲ ਸਾਇੰਟਿਸਟ, ਬਾਇਓਕੈਮਿਸਟ ਜਿਹੜੇ ਹੈਗੇ ਆ, ਜਿਹੜੇ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਆ, ਉਹਨਾਂ ਨੇ ਕਿਹਾ ਹੈਗਾ ਵੀ ਤੁਸੀਂ ਵੀ ਤੁਹਾਨੂੰ ਵੀ ਅਸੀਂ 1 ਸਾਲ ਦੀ ਕੰਸੈਸ਼ਨ ਜਿਹੜਾ ਹੈਗਾ ਅਸੀਂ ਤੁਹਾਨੂੰ ਗ੍ਰਾਂਟ ਕਰਾਂਗੇ। ਉਹਨਾਂ ਦੀ ਉਹ ਕੰਡੀਸ਼ਨ ਉਹਦੀ ਇਹ ਹੈ, ਜਿਹੜਾ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਉਹ 1 ਅਕਤੂਬਰ ਤੋਂ ਪਹਿਲੇ 1 ਅਕਤੂਬਰ 2020 ਤੋਂ ਪਹਿਲੇ ਐਕਸਪਾਇਰ ਹੁੰਦਾ ਚਾਹੀਦਾ ਹੈ। ਉਸ ਤੋਂ ਬਾਅਦ ਨਹੀਂ ਹਲੇ ਉਹਨਾਂ ਨੇ ਕਿਹਾ, ਤੇ ਅਨਲੈਸ ਜੇ ਕੋਈ ਚੇਂਜਸ ਆਉਣਗੇ ਤੇ ਫਿਰ ਉਹਦੇ ਵਿੱਚ ਅਪਡੇਟ ਕਰਾਂਗੇ। ਉਹਨਾਂ ਨੇ ਹੋਰ ਇਹਦੇ ਵਿੱਚ ਕੰਸੈਸ਼ਨ ਦੇ ਵਿੱਚ ਜਿਹੜੇ NHS ਵਰਕਰਸ ਦਾ ਜਿਹੜਾ ਮੈਡੀਕਲ ਪ੍ਰੋਫੈਸ਼ਨਲ ਜਿਹੜਾ ਕੰਸੈਸ਼ਨ ਹੈਗਾ ਉਹਦੇ ਵਿੱਚ ਇਹ ਕਿਹਾ ਵੀ ਤੁਹਾਨੂੰ ਕੋਈ ਹੋਮ ਆਫਿਸ ਫੀਸ ਪੇ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ, ਈਵਨ ਤੁਹਾਨੂੰ IHS ਪੇ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ। ਅਸੀਂ ਤੁਹਾਨੂੰ ਫ੍ਰੀ ਆਫ ਚਾਰਜ ਤੁਹਾਨੂੰ ਅਸੀਂ ਆਟੋਮੈਟਿਕਲੀ ਤੁਹਾਨੂੰ ਅਸੀਂ ਗ੍ਰਾਂਟ ਕਰਾਂਗੇ ਕੰਸੈਸ਼ਨ ਜਿਹੜਾ ਹੈਗਾ, ਬਿਕਾਜ਼ ਯੂ ਆਰ ਵਨ ਆਫ ਦਾ ਫਰੰਟ ਲਾਈਨ ਵਰਕਰ, ਜਿਹੜੇ ਕਿ ਤੁਸੀਂ ਪੈਂਡੇਮਿਕ ਜਿਹੜੀ ਹੋਈ ਹੈ COVID-19 ਜਿਹੜਾ ਕ੍ਰਾਈਸਿਸ ਜਿਹੜੀ ਸ਼ੁਰੂ ਹੋਇਆ ਉਹ ਮੋਹਰੇ ਹੋ ਕੇ UK ਵਾਸਤੇ ਉਹ ਲੜਦੇ ਪਏ ਹੈਗੇ ਆਪਣੀ ਓਬਵੀਅਸਲੀ ਆਪਣੀ ਖੁਦ ਦੀ ਜਾਨ ਨੂੰ ਰਿਸਕ ਤੇ ਪਾ ਕੇ ਉਹ ਕਰਦੇ ਹੈਗੇ। ਇਸ ਕਰਕੇ ਗਵਰਨਮੈਂਟ ਨੇ ਉਹਨਾਂ ਨੂੰ ਪਾਲਿਸੀ ਦੇ ਵਿੱਚ ਇੰਟਰੋਡਿਊਸ ਕੀਤਾ ਵੀ ਤੁਹਾਨੂੰ ਅਸੀਂ ਕੰਸੈਸ਼ਨ ਦੇਵਾਂਗੇ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜੇ ਫਰੰਟ ਲਾਈਨ ਵਰਕਰਸ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਵੀ ਹੈਗੇ ਆ, ਉਹਨਾਂ ਨੇ ਉਹਨੂੰ ਵੀ ਕਿਹਾ ਹੈਗਾ ਵੀ ਅਸੀਂ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਵੀ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਵੀ ਆਟੋਮੈਟਿਕਲੀ ਤੁਹਾਡੇ ਨਾਲ ਗ੍ਰਾਂਟ ਕਰਾਂਗੇ। ਫੈਮਿਲੀ ਮੈਂਬਰਸ ਦੇ ਵਿੱਚ ਆ ਜਾਂਦੇ ਹੈਗੇ ਜਿੱਦਾਂ ਫੋਰ ਐਗਜ਼ਾਮਪਲ ਵਾਈਫ ਆ ਗਈ, ਹਸਬੈਂਡ ਆ ਗਿਆ, ਚਿਲਡਰਨ ਨਿਆਣੇ ਆ ਗਏ, ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਆ ਗਏ, ਜਿੰਨੇ ਵੀ ਹੈਗੇ ਡਿਪੈਂਡੈਂਟ ਉਹਨਾਂ ਦੇ ਅੰਡਰ 18 ਨਿਆਣੇ ਜਿਹੜੇ ਆ, ਤੇ ਉਹ ਓਬਵੀਅਸਲੀ ਉਹ ਕੰਟੀਨਿਊ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਗ੍ਰਾਂਟ ਕਰਾਂਗੇ। ਤੇ ਉਹਨਾਂ ਨੇ ਇੱਕ ਹੋਰ ਇਹਦੇ ਵਿੱਚ ਇੰਟਰੋਡਕਸ਼ਨ ਇਹ ਵੀ ਕੀਤੀ ਹੈਗੀ ਹੈ ਵੀ ਜੇ ਤੁਸੀਂ ਫਰੰਟ ਲਾਈਨ ਵਰਕਰ ਹੈਗੇ ਹੋ, ਇਹ ਨਹੀਂ ਹੈਗਾ ਵੀ ਤੁਸੀਂ NHS ਦੇ ਵਿੱਚ ਕੰਮ ਕਰਦੇ ਤਾਂ ਤਦ ਹੀ ਤੁਹਾਡੀ ਉਹਨਾਂ ਨੇ ਐਕਸਟੈਂਸ਼ਨ ਕਰਨੀ ਹੈਗੀ। ਈਵਨ ਜੇ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਡੀਪੈਂਡੈਂਟਲੀ ਵੀ ਤੁਸੀਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜੇ ਕੰਮ ਕਰਦੇ ਹੈਗੇ ਹੋ, ਉਹਨਾਂ ਨੇ ਉਹਨੂੰ ਵੀ ਇੰਟਰੋਡਿਊਸ ਕੀਤਾ ਹੈਗਾ ਵੀ ਜੇ ਤੁਸੀਂ ਅਦਰ ਦੈਨ NHS ਇੰਡੀਪੈਂਡੈਂਟਲੀ ਤੁਸੀਂ ਵਰਕ ਕਰਦੇ ਪ੍ਰਾਈਵੇਟ ਸੈਕਟਰ ਦੇ ਵਿੱਚ, ਉਹ ਵੀ ਤੁਸੀਂ ਤਾਂ ਵੀ ਤੁਹਾਨੂੰ ਅਸੀਂ ਇੰਟਰੋਡਿਊਸ ਕਰਾਂਗੇ ਤੁਹਾਨੂੰ ਇਸ ਕੰਸੈਸ਼ਨ ਦੇ ਵਿੱਚ। ਤੁਸੀਂ ਇਸ ਦੇ ਵਿੱਚ ਇਹਦਾ ਫਾਇਦਾ ਤੁਸੀਂ ਲੈ ਸਕਦੇ ਹੋ। ਪਲੱਸ ਸਭ ਤੋਂ ਵੱਡੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈਗੀ ਹੈ, ਜਿਹੜੇ ਕਿ ਇਹਦੇ ਵਿੱਚ ਆਪਣੀ ਕੰਟਰੀ ਦੇ ਵਿੱਚ ਕਈ ਹੈਲਥ ਕੇਅਰ ਪ੍ਰੋਫੈਸ਼ਨਲਸ ਜਿਹੜੇ ਹੈਗੇ ਆ ਆਪਣੀ ਜੌਬ ਕਰਦੇ ਉਹਨਾਂ ਦੀ ਡੈਥ ਹੋ ਗਈ COVID-19 ਤੋਂ, ਦੇ ਪਾਸਡ ਅਵੇ ਬਿਕਾਜ਼ ਆਫ ਦਾ COVID-19। ਜੇ ਕੋਈ ਇੱਦਾਂ ਦਾ ਕੋਈ ਕੇਸ ਹੈਗਾ ਤੇ ਗਵਰਨਮੈਂਟ ਨੇ ਇਹ ਅਨਾਊਂਸ ਕੀਤਾ ਹੈਗਾ ਜਿਹੜਾ ਕਿ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਜਿਹੜੇ ਹੈਗੇ ਉਹਨਾਂ ਨੂੰ ਇਮੀਡੀਏਟਲੀ ਇਨਡੈਫੀਨਿਟ ਲੀਵ ਟੂ ਰਿਮੇਨ ਗ੍ਰਾਂਟ ਕੀਤੀ ਜਾਊਗੀ, ਕਿ ਉਹਨਾਂ ਨੂੰ
ਜਿਹੜੇ ਵੀ ਹੂ ਪਾਸਟ ਅਵੇ, ਜਿਹੜੇ ਕਿ ਫਰੰਟ ਲਾਈਨ ਤੇ ਕੰਮ ਕਰਦੇ ਸੀ। ਫੋਰ ਐਗਜ਼ਾਮਪਲ ਕੋਈ ਵੀ ਬੰਦਾ ਓਵਰਸੀਜ਼ ਤੋਂ ਆਇਆ ਸੀਗਾ ਇੱਥੇ ਐਜ਼ ਅ ਡਾਕਟਰ ਕੰਮ ਕਰ ਰਿਹਾ ਸੀਗਾ, ਰੱਬ ਚਲੋ ਖੁਦਾ ਨਾ ਖਾਸਤਾ ਉਹਦੀ COVID-19 ਤੋਂ ਉਹਦੀ ਆਪਣੀ ਕੰਮ ਕਰਦੇ ਕਰਦੇ ਉਹਦੀ ਹੀ ਪਾਸਟ ਅਵੇ, ਪਰ ਉਹਦੀ ਜਿਹੜੀ ਫੈਮਿਲੀ ਪਿੱਛੇ ਹੈਗੀ, ਉਹਦੀ ਵਾਈਫ ਹੋ ਗਈ, ਉਹਦੇ ਨਿਆਣੇ ਹੋ ਗਏ, ਉਹਨਾਂ ਨੇ ਕਿਹਾ ਸੀ ਇੰਡੈਫੀਨਿਟ ਲੀਵ ਟੂ ਰਿਮੇਨ ਅਸੀਂ ਗ੍ਰਾਂਟ ਕਰਾਂਗੇ ਆਟੋਮੈਟਿਕਲੀ। ਅਦਰ ਉਹਨਾਂ ਨੇ ਇੰਟਰੋਡਕਸ਼ਨ ਉਹਦੇ ਵਿੱਚ ਇਹ ਕੀਤੀ ਹੈਗੀ ਆ ਵੀ ਜੇ ਤੁਸੀਂ ਇਟਸ ਨਾਟ ਲਿਮਿਟਿਡ ਟੂ ਵੀ ਜੇ ਤੁਸੀਂ ਟੀਅਰ 2 ਜਾਂ ਟੀਅਰ 5 ਵੀਜ਼ੇ ਦੇ ਉੱਤੇ ਹੈਗੇ ਤਾਂ ਹੀ ਤੁਹਾਨੂੰ ਅਸੀਂ ਗ੍ਰਾਂਟ ਕਰਨਾ। ਜਿਹੜੀ ਲਿਸਟ ਜਿਹੜੀ ਮੈਂ ਹੁਣੇ ਜਿਹੜੇ ਨਾਮ ਲਏ ਸੀ, ਜਿਹੜੇ ਉਹ ਜਿਹੜੇ ਪ੍ਰੋਫੈਸ਼ਨਸ ਦੀ ਜਿਹੜੀ ਲਿਸਟ ਹੈਗੀ, ਜੇ ਤੁਸੀਂ ਉਹਦੇ ਵਿੱਚ ਆਉਂਦੇ ਹੈਗੇ ਹੋ ਤਾਂ ਤੁਹਾਨੂੰ ਆਟੋਮੈਟਿਕਲੀ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਆਟੋਮੈਟਿਕਲੀ 1 ਸਾਲ ਦਾ ਅਸੀਂ ਕੰਸੈਸ਼ਨ ਤੁਹਾਨੂੰ ਗ੍ਰਾਂਟ ਕਰਾਂਗੇ। ਬੇਸਿਕਲੀ ਐਨੀ ਹੈਲਥ ਕੇਅਰ ਪ੍ਰਾਈਵੇਟ ਸੈਕਟਰ ਹੋਵੇ ਜਾਂ NHS ਦੇ ਨਾਲ, ਉਹ ਸਾਰੇ ਦੋਨਾਂ ਨੂੰ ਕਵਰ ਕਰਦਾ। ਹਾਂਜੀ, ਉਹ ਦੋਨਾਂ ਨੂੰ ਕਵਰ ਕਰਦਾ ਹੈਗਾ ਤੇ ਐਨੀ ਕੋਈ ਵੀ ਵੀਜ਼ਾ ਕੈਟੇਗਰੀ ਹੋਵੇ ਉਹਨੂੰ ਵੀ ਕਵਰ ਕਰਦਾ ਹੈਗਾ। ਤੇ ਕਾਫੀ ਵਾਸਟ ਉਹਨਾਂ ਨੇ ਗਾਈਡਲਾਈਨ ਕੱਢੀ ਹੈਗੀ, ਜਿਹੜੀ ਕਿ ਅਸੀਂ ਲਾਸਟ ਵੀਕ ਦੇ ਵਿੱਚ ਜਿਹੜਾ ਸ਼ੋਅ ਕੀਤਾ ਸੀ ਉਹਦੇ ਵਿੱਚ ਐਕਸਪਲੇਨ ਕੀਤਾ ਸੀਗਾ ਵੀ ਕਈ ਚੀਜ਼ਾਂ ਕਲੀਅਰ ਨਹੀਂ ਹੈਗੀਆਂ, ਪਰ ਉਹਨਾਂ ਨੇ ਕਲੀਅਰ ਹੁਣ ਕਰ ਦਿੱਤੀਆਂ ਸਾਰੀਆਂ, ਵਿਚ ਇਜ਼ ਰੀਅਲੀ ਗੁੱਡ ਵੈਲਕਮਿੰਗ ਨਿਊਜ਼ ਫॉर ਦੋਜ਼ ਹੂ ਆਰ ਫਾਈਟਿੰਗ ਔਨ ਦ ਫਰੰਟ ਲਾਈਨ। ਜਿਹੜੇ ਮੋਰੇ ਫਰੰਟ ਲਾਈਨ ਤੇ ਫਾਈਟ ਕਰਦੇ ਪਏ ਹੈਗੇ ਉਹਨਾਂ ਵਾਸਤੇ ਕਾਫੀ ਪੋਜ਼ਿਟਿਵ ਨਿਊਜ਼ ਹੈਗੀ ਹੈ। ਤੇ ਇਹ ਜਿਹੜੇ ਵੀ ਇਸ ਪ੍ਰੋਫੈਸ਼ਨਸ ਦੇ ਵਿੱਚ ਆਉਂਦੇ ਹੈਗੇ, ਲਿਸਟ ਜਿਹੜੀ ਬੋਲੀ ਇਟਸ ਨਾਟ ਐਗਜ਼ੌਸਟਿਵ ਲਿਸਟ, ਇਹਦੇ ਵਿੱਚ ਹੋਰ ਵੀ ਕਈ ਹੈਗੇ ਪ੍ਰੋਫੈਸ਼ਨ, ਮੇਨਲੀ ਟੂ ਵਿਦ ਮੈਡੀਕਲ ਪ੍ਰੋਫੈਸ਼ਨ। ਕਿਸੇ ਤਰ੍ਹਾਂ ਦਾ ਵੀ ਤੁਸੀਂ ਕੰਮ ਕਰਦੇ ਹੈਗੇ ਹੋ ਤੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੈਗੇ ਹੋ ਵੀ ਸਾਨੂੰ 1 ਸਾਲ ਦਾ ਕੰਸੈਸ਼ਨ ਗ੍ਰਾਂਟ ਕਰ, ਪਰ ਉਹਦੀ ਕੰਡੀਸ਼ਨ ਇਹ ਵੀ ਤੁਹਾਡਾ ਵੀਜ਼ਾ ਜਿਹੜਾ ਹੈਗਾ 1 ਅਕਤੂਬਰ 2020 ਤੋਂ ਪਹਿਲੇ ਰਨ ਆਊਟ ਹੋਣਾ ਚਾਹੀਦਾ ਹੈਗਾ। ਤੇ ਆਟੋਮੈਟਿਕ ਉਹਨੂੰ ਐਕਸਟੈਂਡ ਹੋ ਜਾਏਗਾ ਉਹਨਾਂ ਦਾ? ਉਹਨਾਂ ਨੂੰ ਆਟੋਮੈਟਿਕ ਐਕਸਟੈਂਸ਼ਨ ਹੋਗਾ, ਨੋ ਫੀ, ਨੋ IHS ਫੀ, ਉਹਨਾਂ ਨੂੰ ਕੁਝ ਪੇ ਕਰਨ ਦੀ ਲੋੜ ਨਹੀਂ, ਉਹ ਆਪਣਾ ਈਜ਼ੀਲੀ ਉਹ ਆਪਣਾ ਵੀਜ਼ਾ ਵਧਵਾ ਸਕਦੇ ਕੰਸੈਸ਼ਨ ਦੇ ਅੰਦਰ ਇੱਥੇ। ਅਮਰ ਸੇ ਬੜੀ ਹੈਲਪ ਹੈਗੀ ਗਵਰਨਮੈਂਟ ਵੱਲੋਂ, ਇਟਸ ਵੈਰੀ ਸਿੰਪੈਥੈਟਿਕ ਡਿਸੀਜਨ ਹੈਗੀ ਉਹਨਾਂ ਦੀ, ਫਰੰਟ ਲਾਈਨ ਵਰਕਰ ਦੀ ਬੜੀ ਅੱਛੀ ਤਰ੍ਹਾਂ ਦੇਖਭਾਲ ਕਰ ਰਹੇ ਸਾਰਿਆਂ ਦਾ। ਹਾਂਜੀ, ਉਹ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਹੇ ਆ ਵੀ ਜੇ ਵੱਧ ਤੋਂ ਵੱਧ ਜਿੰਨਾ ਕੀਤਾ ਜਾਵੇ, ਆਪਣੇ ਵੱਲੋਂ ਤੇ ਉਹ ਕੋਸ਼ਿਸ਼ ਕਰ ਰਹੇ ਵੀ ਜਿੰਨੀ ਵੱਧ ਤੋਂ ਵੱਧ ਗ੍ਰਾਂਟ ਕਰੇ। ਇੱਕ ਹੋਰ ਅਪਡੇਟ ਵੀ ਆਈ ਹੈਗੀ ਜਿਹੜੀ ਕਿ ਮੈਂ ਆਪਣੀ ਜਿਹੜੇ ਵੀ ਵਿਊਅਰਸ ਜਿਹੜੇ ਹੈਗੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ। ਹੁਣ ਕੀ ਹੁੰਦਾ ਹੈ ਵੀ ਜਦੋਂ ਤੁਸੀਂ ਇੰਡੀਆ ਤੋਂ ਜਦੋਂ ਵੀਜ਼ਾ ਤੁਸੀਂ ਜਾਂ ਆਪਣੀ ਕੰਟਰੀ ਜਾਂ ਕਿਸੇ ਵੀ ਕੰਟਰੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੈਗੇ ਹੋ, ਤੁਹਾਨੂੰ 30 ਡੇਜ਼ ਦਾ ਵੀਜ਼ਾ ਗ੍ਰਾਂਟ ਕੀਤਾ ਜਾਂਦਾ ਹੈ। ਐਜ਼ ਇਨ ਫॉर ਐਗਜ਼ਾਮਪਲ ਇਫ ਤੁਸੀਂ ਸਟੂਡੈਂਟ ਵੀਜ਼ਾ ਤਾਂ ਤੁਸੀਂ ਅਪਲਾਈ ਕੀਤਾ ਸੀਗਾ, ਤੁਹਾਨੂੰ COVID-19 ਦੇ ਕ੍ਰਾਈਸਿਸ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ 30 ਡੇਜ਼ ਦੀ ਗ੍ਰਾਂਟ ਮਿਲੀ ਸੀਗੀ, ਕਿਉਂਕਿ 30 ਡੇਜ਼ ਤੁਸੀਂ ਟਰੈਵਲ ਕਰਨਾ ਹੁੰਦਾ, ਇਟਸ ਜਸਟ ਦੀ ਐਂਟਰੀ ਵੀਜ਼ਾ। 30 ਡੇਜ਼ ਤੁਸੀਂ ਟਰੈਵਲ ਕਰਨਾ ਹੁੰਦਾ, ਇੱਥੇ ਆ ਕੇ ਤੁਹਾਨੂੰ ਲੌਂਗ ਟਰਮ ਜਿਹੜਾ ਤੁਹਾਡਾ ਅਸਲੀ ਵੀਜ਼ਾ ਹੈਗਾ ਤੇ ਤੁਹਾਨੂੰ ਪੋਸਟ ਆਫਿਸ ਤੋਂ ਮਿਲਦਾ ਹੈਗਾ, ਜਿੱਥੇ ਵੀ ਤੁਸੀਂ ਰਹਿਣਾ ਹੈਗਾ। ਜਦੋਂ ਤੁਸੀਂ ਐਪਲੀਕੇਸ਼ਨ ਭਰਦੇ ਹੋ ਤੁਹਾਨੂੰ ਉਹਦੇ 'ਚ ਡਿਟੇਲ ਦੇਣੀ ਪੈਂਦੀ ਹੈ। ਤੇ ਜੇ ਤੁਸੀਂ ਸਟੂਡੈਂਟ ਅਪਲਾਈ ਕੀਤਾ ਸੀਗਾ, ਜੇ ਤੁਸੀਂ ਐਜ਼ ਅ ਸਪਾਊਸ ਅਪਲਾਈ ਕੀਤਾ ਸੀਗਾ, ਜੇ ਤੁਸੀਂ ਹੋਰ ਕਿਸੇ ਕੈਟਾਗਰੀ ਦੇ ਵਿੱਚ ਲੌਂਗ ਟਰਮ ਇੱਥੇ ਰਹਿਣ ਵਾਸਤੇ ਅਪਲਾਈ ਕੀਤਾ ਸੀਗਾ, ਤੁਹਾਨੂੰ 30 ਡੇਜ਼ ਦੀ ਉਹਨਾਂ ਨੇ ਐਂਟਰੀ ਦਿੱਤੀ ਸੀਗੀ। ਤੇ ਉਹ ਜੇ ਤੁਹਾਡੀ ਰਨ ਆਊਟ ਹੋ ਗਈ ਆ, ਤੇ ਤੁਹਾਡੀ 30 ਡੇਜ਼ ਦਾ ਟਾਈਮ ਜੇ ਤੁਹਾਨੂੰ ਰਨ ਆਊਟ ਹੋ ਗਿਆ ਆ, ਤੇ ਉਹ ਹੁਣ ਸਾਰੇ ਸਵਾਲ ਇੱਕ ਕਰਦੇ ਆ ਵੀ ਸਾਡਾ ਵੀਜ਼ਾ 30 ਡੇਜ਼ ਦਾ ਸੀਗਾ, ਸਾਡਾ ਵੀਜ਼ਾ ਰਨ ਆਊਟ ਹੋ ਗਿਆ। ਸੇ ਫॉर ਐਗਜ਼ਾਮਪਲ ਮੇਰੇ ਕੋਲ ਕਿੰਨੇ ਬੰਦੇ ਸੀਗੇ ਜਿਨ੍ਹਾਂ ਦਾ 25 ਮਾਰਚ 26 ਮਾਰਚ ਨੂੰ ਵੀਜ਼ਾ ਉਹਨਾਂ ਦਾ 30 ਡੇਜ਼ ਐਕਸਪਾਇਰ ਹੋ ਗਿਆ, ਕਿਉਂਕਿ ਅਪ੍ਰੈਲ ਸੈਸ਼ਨ ਦੇ ਵਿੱਚ ਉਹ ਆ ਰਹੇ ਸੀਗੇ। ਉਹਨਾਂ ਦੇ ਕਾਫੀ ਸਵਾਲ ਆ ਰਹੇ ਸੀ। ਇਹ ਕੋਈ ਗਾਈਡਲਾਈਨ ਨਹੀਂ ਸੀ ਆਈ ਹੋਈ ਉਹਦੇ ਉੱਤੇ, ਪਰ ਉਹਨਾਂ ਨੇ ਹੁਣ ਗਾਈਡਲਾਈਨ ਇਹਦੇ ਵਿੱਚ ਇਸ਼ੂ ਕਰ ਦਿੱਤੀ ਹੈ। ਜੇ ਤੁਹਾਡੀ ਕੰਡੀਸ਼ਨ ਇੱਦਾਂ ਦੀ ਹੈ 30 ਡੇਜ਼ ਦਾ ਤੁਹਾਨੂੰ ਵੀਜ਼ਾ ਗ੍ਰਾਂਟ ਹੋਇਆ ਸੀਗਾ ਤੇ ਉਹ ਤੁਹਾਡਾ ਰਨ ਆਊਟ ਹੋ ਗਿਆ ਆ, ਤੇ ਤੁਸੀਂ ਜਿਹੜੀ ਆ ਬ੍ਰਿਟਿਸ਼ ਹਾਈ ਕਮਿਸ਼ਨ ਜਿਹੜੀ ਹੈਗੀ ਹੈ ਜਾਂ ਕਰੋਨਾ ਵਾਇਰਸ ਇਮੀਗ੍ਰੇਸ਼ਨ ਟੀਮ ਜਿਹੜੀ ਇਹਨਾਂ ਨੇ ਹੈਲਪਲਾਈਨ ਬਣਾਈ ਹੈਗੀ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਫ੍ਰੀ ਆਫ ਚਾਰਜ ਵਿਦਆਊਟ ਐਨੀ ਐਪਲੀਕੇਸ਼ਨ। ਉਹਨਾਂ ਨੇ ਕਿਹਾ ਹੈਗਾ ਵੀ ਤੁਹਾਨੂੰ ਅਸੀਂ ਅਗਲੇ ਜਦੋਂ ਕੰਡੀਸ਼ਨ ਸਾਰੀ ਨਾਰਮਲ ਹੋ ਜਾਏਗੀ, ਅਸੀਂ ਤੁਹਾਨੂੰ ਆਟੋਮੈਟਿਕਲੀ ਤੁਹਾਨੂੰ 30 ਡੇਜ਼ ਫੇਰ ਦੁਬਾਰਾ ਗ੍ਰਾਂਟ ਕਰਾਂਗੇ ਤਾਂ ਕਿ ਤੁਸੀਂ ਆਪਣਾ UK ਵਿੱਚ ਆ ਸਕੋ। ਤੇ ਇਹਦੇ ਵਾਸਤੇ ਸਿਰਫ ਸਿੰਪਲ ਜਿਹਾ ਕੰਮ ਹੈਗਾ, ਸਿਰਫ ਉਹਨਾਂ ਨੂੰ ਇੱਕ ਈਮੇਲ ਹੀ ਭੇਜਣੀ ਹੈਗੀ ਹੈ ਉਹਨਾਂ ਦੀ ਹੈਲਪਲਾਈਨ ਈਮੇਲ ਦੇ ਉੱਤੇ, ਜਦੋਂ ਕਿ ਐਮਬੈਸੀਜ਼ ਤੇ ਜਿਹੜੇ VFS ਸੈਂਟਰਸ ਜਿਹੜੇ ਕਲੋਜ਼ ਹੋਏ ਹੈਗੇ ਆ, ਜਦੋਂ ਉਹ ਖੁੱਲ ਜਾਣਗੇ ਤੇ ਉਹ ਆਟੋਮੈਟਿਕਲੀ ਆ ਸਕਦਾ। ਜਿਹੜੀ ਇਹਦੀ ਟਾਈਮ ਲਿਮਿਟ ਜਿਹੜੀ ਹੈਗੀ ਆ ਉਹ ਐਂਡ ਆਫ ਦਿਸ ਈਅਰ ਆ, ਵੀ ਤੁਸੀਂ ਐਂਡ ਆਫ ਦਿਸ ਈਅਰ ਵਿੱਚ ਤੁਸੀਂ ਕਰ ਸਕਦੇ ਹੈਗੇ ਹੋ ਵੀ ਸਾਨੂੰ ਜਸਟ ਗੈਟ ਇਨ ਟੱਚ ਵਿਦ ਅਸ ਤੇ ਸਾਨੂੰ ਈਮੇਲ ਭੇਜੋ ਤੇ ਤੁਸੀਂ ਆਪਣਾ ਵੀਜ਼ਾ ਤੁਸੀਂ ਆਪਣਾ 30 ਡੇਜ਼ ਦਾ ਆਪਣਾ ਵੀਜ਼ਾ ਤੁਸੀਂ ਲੈ ਲਓ। ਇਹ ਇਕਬਾਲਦੀਪ ਜੀ 30 ਡੇਜ਼ ਦਾ ਸੀਗਾ। ਮੇਰੇ ਪਾਸ ਕੋਈ ਸਿਮਿਲਰ ਸਵਾਲ ਹੈਗਾ, ਕਿਸੇ ਹੋਰ ਬੰਦੇ ਦਾ ਕਾਲ ਆਇਆ ਸੀਗਾ, ਉਹਨਾਂ ਪਾਸ 6 ਮੰਥ ਵਿਜ਼ਿਟ ਵੀਜ਼ਾ ਹੈਗਾ ਜਿਹੜਾ ਕਿ ਡਿਊ ਟੂ ਐਕਸਪਾਇਰ ਇਨ 8 ਸਪਟੈਂਬਰ ਦੇ ਵਿੱਚ ਐਕਸਪਾਇਰ ਹੋ ਰਿਹਾ ਡਿਊ ਟੂ ਲੋਕਡਾਊਨ। ਉਹ ਕਹਿੰਦਾ ਮੇਰਾ ਐਕਸਟੈਂਡ ਹੋਏਗਾ ਤੇ ਇੱਕ ਹੋਰ ਆਪਸ਼ਨ ਹੈਗੀ, ਉਹਦਾ ਕੀ ਕਰਨਾ ਪਏਗਾ ਉਹਨਾਂ ਨੂੰ? ਦੇਖੋ, ਜੇ ਤਾਂ ਵਿਜ਼ਿਟਰ ਵੀਜ਼ਾ ਹੈਗਾ ਤੇ ਫਿਲਹਾਲ ਜਿਹੜੀਆਂ ਵੀ ਪਾਲਿਸੀਜ਼ ਜਿਹੜੀਆਂ ਹੈਗੀਆਂ 31 ਮਈ ਤੱਕ ਹੈਗੀਆਂ, ਤੇ ਜੇ ਕ੍ਰਾਈਸਿਸ ਉਸ ਤੋਂ ਬਿਯੋਂਡ ਜਾਣਗੇ ਜਾਂ ਉਸ ਤੋਂ ਪਰੇ ਹੋਣਗੇ, ਕਿਉਂਕਿ ਇਹਨਾਂ ਦਾ ਵੀਜ਼ਾ ਸਪਟੈਂਬਰ ਆਉਣ ਦੇ ਵਿੱਚ ਕਾਫੀ ਟਾਈਮ ਪਿਆ ਹੈ ਹਲੇ। ਅਸੀਂ ਮਈ ਦੇ ਵਿੱਚ ਮਈ, ਜੂਨ, ਜੁਲਾਈ, ਅਗਸਤ 4 ਮਹੀਨੇ ਹੈਗੇ ਆ ਹਲੇ ਸਪਟੈਂਬਰ ਤੱਕ ਪਹੁੰਚਣ ਨੂੰ।
ਤੇ ਇਹ ਡਿਪੈਂਡ ਕਰੇਗਾ ਉਦੋਂ ਕੀ ਸਰਕਮਸਟੈਂਸਸ ਹੋਣਗੇ, ਕੀ ਹਾਲਾਤ ਹੋਣਗੇ ਉਦੋਂ, ਤੇ ਉਸ ਬੇਸਿਸ ਦੇ ਉੱਤੇ ਅਸੀਂ ਇਹਨਾਂ ਨੂੰ ਐਡਵਾਈਸ ਕਰ ਸਕਾਂਗੇ। ਪਰ ਅੱਜ ਦੀ ਡੇਟ ਦੇ ਵਿੱਚ ਤੁਹਾਡਾ ਵੀਜ਼ਾ 31 ਮਈ 2020 ਤੋਂ ਪਹਿਲੇ ਤੁਹਾਡਾ ਹੋ ਰਿਹਾ ਐਕਸਪਾਇਰ ਤੇ ਤੁਸੀਂ ਆਪਣੀ ਕੰਟਰੀ ਨਹੀਂ ਰਿਟਰਨ ਕਰ ਸਕਦੇ, ਤੇ ਇੱਥੇ 31 ਮਈ ਤੱਕ ਦਾ ਕੰਸੈਸ਼ਨ ਤੇ ਹੈਗਾ ਆ, ਤੇ ਅਦਰਵਾਈਜ਼ ਹਲੇ ਉਹਨਾਂ ਨੇ ਕੋਈ ਕੰਸੈਸ਼ਨ ਉਸ ਤੋਂ ਬਿਯੋਂਡ ਹਲੇ ਕੋਈ ਅਨਾਉਂਸ ਨਹੀਂ ਕੀਤਾ ਹਲੇ। ਕੁਝ ਜੀ ਇੱਕ ਹੋਰ ਮੇਰੇ ਪਾਸ ਮੈਸੇਜ ਆਇਆ ਹੁਣੀ, ਬੰਦਾ ਬੀਨ ਮੈਰਿਡ ਫॉर 5 years ਤੇ ਉਹਦੇ ਪਾਸ ਸਪਾਊਸ ਵੀਜ਼ਾ ਹੈਗਾ, ਐਂਡ ਉਹਨੇ ਨਾ ਹੁਣ ਅਪਲਾਈ ਕਰਨਾ ਸੀ ਫॉर द ਸੈਟਲਮੈਂਟ। ਹਾਂਜੀ। ਤੇ 5 ਸਾਲ ਵਿਆਹ ਨੂੰ ਹੋ ਗਏ ਨੇ, 5 ਸਾਲ ਰਹਿੰਦਿਆਂ ਨੂੰ ਹੋ ਗਿਆ ਇੱਥੇ। ਇਨ ਬਿਟਵੀਨ ਉਹਨਾਂ ਨੇ ਇੱਕ ਮਕਾਨ ਲੈ ਲਿੱਤਾ ਫਲੈਟ, ਐਂਡ ਦੇ ਹੈਪਨ ਟੂ ਹੈਵ 2 ਲਿਟਲ ਬਿਊਟੀਫੁਲ ਗਰਲਸ ਨਾਓ ਬੋਰਨ ਹੇਅਰ ਐਜ਼ ਬ੍ਰਿਟਿਸ਼ ਨੈਸ਼ਨਲਸ। ਤੇ ਉਹ ਜਦੋਂ ਉਹਨਾਂ ਨੇ ਅਪਲਾਈ ਕੀਤਾ ਸੀ ਉਦੋਂ ਹਸਬੈਂਡ ਵਾਈਫ ਸੀਗੇ। ਉਹਨਾਂ ਦਾ ਕੁਐਸਚਨ ਹੈਗਾ ਬਿਕੋਜ਼ ਉਹਨਾਂ ਦੀ ਵੇਜਸ ਹੁਣ ਹੈਗੀ ਆ 30,000 ਐਂਡ ਵਿਦ ਓਵਰ ਟਾਈਮ 35K ਹੋ ਜਾਂਦੀ ਹੈ, ਕਿਉਂਕਿ ਹੁਣ ਐਡੀਸ਼ਨ ਫੈਮਿਲੀ ਮੈਂਬਰ ਹੋ ਗਿਆ। ਉਹ ਪੁੱਛਦੇ ਕਿ ਮੈਨੂੰ ਹੋਰ ਦਿਖਾਣਾ ਪਏਗਾ ਉਹਨਾਂ ਨੂੰ ਇਨਕਮ ਕਿ ਇਹਨਾਂ ਨਾਲ ਹੀ ਚੱਲੇਗਾ। ਜਿਹੜੀ ਇਨਕਮ ਦੀ ਗੱਲ ਹੈਗੀ ਆ, ਜੇ ਤਾਂ ਇਟ ਸਾਊਂਡਸ ਲਾਈਕ ਵੀ ਉਹਨਾਂ ਦਾ ਵਿਆਹ ਇੱਥੇ ਸੈਟਲਡ ਪਰਸਨ ਦੇ ਨਾਲ ਹੋਇਆ ਜਦੋਂ ਬ੍ਰਿਟਿਸ਼ ਨੈਸ਼ਨਲ ਹੋ ਗਿਆ, ਤੇ ਓਬਵੀਅਸਲੀ ਜਿਹੜਾ ਬੱਚਾ ਉਹਨਾਂ ਦਾ ਬੌਰਨ ਹੋਇਆ ਹੋਊਗਾ ਉਹਦੇ ਕੋ ਬ੍ਰਿਟਿਸ਼ ਸਿਟੀਜ਼ਨਸ਼ਿਪ ਹੋਊਗੀ ਇੱਥੇ ਦੀ ਥਰੂ ਜਿਹੜੀ ਵੀ ਇਹਨਾਂ ਦਾ ਪਾਰਟਨਰ ਜਿਹੜਾ ਹੈਗਾ ਆ। ਤੇ ਇਸ ਕਰਕੇ ਇਹਨਾਂ ਨੂੰ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਜਿਹੜੀ ਹੈਗੀ, ਜੇ ਕੋਈ ਬੱਚਾ ਬ੍ਰਿਟਿਸ਼ ਨੈਸ਼ਨਲ ਹੈਗਾ ਉਹਦੇ ਵਾਸਤੇ ਅਪਲਾਈ ਨਹੀਂ ਹੁੰਦੀ। ਤੇ ਇਹਨਾਂ ਦੀ ਜਿਹੜੀ ਰਿਕੁਆਇਰਮੈਂਟ ਜਿਹੜੀ ਹੈਗੀ ਆ, ਫਾਈਨੈਂਸ਼ੀਅਲ ਰਿਕੁਆਇਰਮੈਂਟ ਜਿਹੜੀ ਹੈਗੀ ਉਹ 18,600 ਤੇ ਸਟੈਂਡ ਰਹੂਗੀ। ਉਹਨਾਂ ਨੂੰ ਜਿਹੜੇ ਨਿਆਣੇ ਜੇ ਹੋਏ ਹੈਗੇ ਆ, ਕਿਉਂਕਿ ਉਹ ਬ੍ਰਿਟਿਸ਼ ਹੋਣਗੇ ਥਰੂ ਮਦਰ ਔਰ ਥਰੂ ਫਾਦਰ ਹੂਐਵਰ ਇਜ਼ ਬ੍ਰਿਟਿਸ਼, ਜਿਹੜਾ ਵੀ ਪਾਰਟਨਰ ਹੈਗਾ ਜਿਹਦੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਹੈਗੀ ਆ। ਇਸ ਕਰਕੇ ਬੱਚਿਆਂ ਦਾ ਕੋਈ ਇਫੈਕਟ ਨਹੀਂ ਹੋਊਗਾ ਇਸ ਗੱਲ ਦੇ ਉੱਤੇ, ਤੇ ਉਹ ਆਪਣਾ ਆਰਾਮ ਨਾਲ ਕਰ ਸਕਦੇ, ਤੇ ਉਹ ਆਪਣਾ ਆਰਾਮ ਨਾਲ ਆਪਣਾ ਅਪਲਾਈ ਕਰ ਸਕਦੇ ਹੈਗੇ। ਉਹਨਾਂ ਨੂੰ ਬੱਚਿਆਂ ਦੀ ਕਰਕੇ ਜ਼ਿਆਦਾ ਪੈਸੇ ਸ਼ੋ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਬੱਚੇ ਬ੍ਰਿਟਿਸ਼ ਹੈ। ਸੋ ਬੱਚੇ ਵਾਈਫ ਇਜ਼ ਹਾਊਸ ਵਾਈਫ ਬਿਕੋਜ਼ ਉਹ ਬੱਚਾ ਕਰਕੇ ਛੋਟੇ, ਸੋ ਸ਼ੀ ਡਸਨਟ ਹੈਵ ਟੂ ਪਿਕ ਐਨ ਐਮਪਲੋਇਮੈਂਟ ਨਾਓ। ਠੀਕ ਹੈ। ਤੇ ਇੰਪਲੋਇਮੈਂਟ ਤੇ ਉਹਨਾਂ ਨੂੰ ਡੈਫੀਨਿਟਲੀ 18,600 ਸ਼ੋ ਕਰਨਾ ਹੀ ਪੈਣਾ ਹੈ ਵੀ, ਤੇ ਸਸਟੇਨੇਬਲ ਇਨਕਮ ਹੈਗੀ ਆ। ਤੇ ਉਹ ਜੇ ਇਹ ਤੁਸੀਂ ਜਿੱਦਾਂ ਦੱਸਿਆ ਕਿ ਭਾਈ ਸਾਹਿਬ ਇਹ ਆਪ ਕੰਮ ਕਰਦੇ ਹੈਗੇ ਆ, ਇਹ ਆਪ ਇਹਨਾਂ ਦੀ ਜੇ ਇਨਕਮ 18,600 ਹੈ, ਇਹ ਆਪਣੀ ਇਨਕਮ ਵੀ ਸ਼ੋ ਕਰ ਸਕਦੇ, ਕੱਲੀ ਵਾਈਫ ਦੀ ਇਨਕਮ ਸ਼ੋ ਕਰਨ ਦੀ ਕੋਈ ਲੋੜ ਇਟਸ ਨਹੀਂ ਵੈਲ ਓਵਰ 30,000 ਹੈਗੀ ਉਹਨਾਂ ਦੀ, ਸੋ ਇਟਸ ਵੈਲ ਓਵਰ ਦੀ। ਇਟਸ ਪ੍ਰੀਟੀ ਮਚ ਫਾਈਨ। ਸੋ ਹੋਮ ਜੇ ਵਾਈਫ ਦੀ ਜੇ ਨਹੀਂ ਹੈਗੀ ਆਪਣੀ ਇਨਕਮ ਕੋਈ, ਇਟਸ ਓਕੇ। ਇਹ ਆਪਣੀ ਜਿਹੜੀ ਇਨਕਮ ਹੈਗੀ ਹੈ, ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ, ਇਹ ਆਪਣੀ ਇਨਕਮ ਦੇ ਉੱਤੇ ਬੇਸ ਦੇ ਉੱਤੇ ਇਹ ਉਹ ਕਰ ਸਕਦੇ ਹੈਗੇ ਅਪਲਾਈ। ਦੈਟਸ ਨਾਟ ਅ ਪ੍ਰੋਬਲਮ। ਭਾਜੀ ਇੱਕ ਹੋਰ ਸਵਾਲ ਹੈਗਾ, ਕਹਿੰਦੇ ਨੇ ਕਿ ਕਿਹੜਾ ਫਾਰਮ ਉਹਨਾਂ ਨੂੰ ਫਿਲ ਕਰਨਾ ਚਾਹੀਦਾ ਫॉर द डिपेंडेंस एक्सटेंशन। I cannot meet 18,600 requirement and I'm settled long time residence, and one of my son is also British and his wife, and the other son is a visa there for 10 years, which will be completed next year July the which child based form, partner husband based form will be correct form। ਤੇ ਉਹਨਾਂ ਦਾ ਕੀ ਹਿਸਾਬ ਹੈਗਾ ਇਹਨਾਂ ਦਾ ਹੁਣ? ਦੇਖੋ ਇਟ ਸਾਊਂਡਸ ਲਾਈਕ ਵੀ ਜੇ ਇਹਨਾਂ ਕੋਲ ਇੱਥੇ ਕੋਈ ਵੀਜ਼ਾ ਨਹੀਂ ਹੈਗਾ ਤੇ ਇਹਦਾ ਮਤਲਬ ਇਹਨਾਂ ਨੂੰ ਪ੍ਰਾਈਵੇਟ ਲਾਈਫ ਬੇਸਿਸ ਉੱਤੇ ਅਪਲਾਈ ਕਰਨਾ ਪੈਣਾ ਆ। ਉਹਦੇ ਵਾਸਤੇ FLRFP ਫਾਰਮ ਹੁੰਦਾ ਹੈਗਾ ਜਿਹਦੇ ਕੀ ਪ੍ਰਾਈਵੇਟ ਲਾਈਫ FLRFP, yes that's right। ਹਾਂਜੀ, FLRFP ਤੁਸੀਂ ਉਹ ਯੂਜ਼ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ, ਕਿਉਂਕਿ FLRFP ਕਾਫੀ ਵਾਸਟ ਤੇ ਕਾਫੀ ਡੀਟੇਲਡ ਫਾਰਮ ਹੈਗਾ ਜਿਹਦੇ ਵਿੱਚ ਕਈ ਏਰੀਆਜ਼ ਜਿਹੜੇ ਹੈਗੇ ਆ, ਐਵੇਨਿਊਜ਼ ਜਿਹੜੇ ਹੈਗੇ ਆਊਟਸਾਈਡ ਦਾ ਇਮੀਗ੍ਰੇਸ਼ਨ ਰੂਲਸ, ਵਿਦਿਨ ਦਾ ਇਮੀਗ੍ਰੇਸ਼ਨ ਰੂਲਸ, ਕਈ ਚੀਜ਼ਾਂ ਉਹਦੇ ਵਿੱਚ ਕਵਰ ਹੁੰਦੀਆਂ ਹੈਗੀਆਂ। ਤੇ ਇਹਨਾਂ ਲਈ ਬੈਸਟ ਇਹ ਹੈਗਾ ਵੀ ਪ੍ਰਾਈਵੇਟ ਲਾਈਫ ਗਰਾਊਂਡਸ ਦੇ ਉੱਤੇ FLRFP ਐਪਲੀਕੇਸ਼ਨ ਨੂੰ ਚੂਜ਼ ਕਰਨ ਤੇ ਉਹਦੇ ਆਪਣੇ ਗਰਾਊਂਡਸ ਵਗੈਰਾ ਦੇਖ ਕੇ ਉਹਨਾਂ ਨੂੰ ਐਪਲੀਕੇਸ਼ਨ ਦੇਣ, ਤੇ ਇਹਨਾਂ ਲਈ ਬੈਸਟ ਆਪਸ਼ਨ ਉਹੀ ਹੈ। I hope ਜਿਨ੍ਹਾਂ ਨੇ ਤੁਸੀਂ ਕਾਲ ਕਰਕੇ ਮੈਸੇਜ ਪੁੱਛੇ ਸੀ, ਕੁਐਸਚਨ ਵਗੈਰਾ ਤੁਸੀਂ ਸਭ ਸੁਣਦੇ ਹੋ। ਤੇ ਤੁਸੀਂ ਪਹਿਲਾਂ ਮੈਂ ਫਿਰ ਦੱਸਦਾ, ਤੁਸੀਂ ਕਾਲ ਕਰ ਸਕਦੇ ਹੋ 0121551101 ਆਪਣਾ ਨੰਬਰ ਛੱਡ ਦਿਓ, and your number will be passed on to Iqbaldeep ji for him to get back to you। ਹਮੇਸ਼ਾ ਦੀ ਤਰ੍ਹਾਂ ਮੈਂ ਕਹਿੰਦਾ ਨਾ, ਸ਼ੋਅ ਦੇ ਵਿੱਚ ਦਰਮਿਆਨ ਕਾਲ ਕਰੋ, ਠੀਕ ਹੈ। ਅਗਰ ਨਹੀਂ ਹੁੰਦਾ ਤੁਸੀਂ ਸ਼ੋਅ ਤੋਂ ਬਾਅਦ ਵੀ ਕਰ ਸਕਦੇ ਹੋ। ਸਾਡੇ ਕਾਲ ਸੈਂਟਰ ਦੇ ਵਿੱਚ ਟੀਮ ਬੈਠੀ ਹੈ, they are there to take your calls। please keep calling। अगर नंबर भेजेगा keep trying, ਤੁਹਾਡਾ ਥਰੂ ਲੱਗੇਗਾ। ਕਈ ਦਫਾ ਕਾਫੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਇਮੀਗ੍ਰੇਸ਼ਨ ਦਾ ਸਵਾਲ ਹੈਗਾ, ਕਿਸੇ ਵੀ ਤਰੀਕੇ ਦਾ ਤੁਹਾਨੂੰ ਸਵਾਲ ਇਮੀਗ੍ਰੇਸ਼ਨ ਦਾ, ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ। ਇਕਬਾਲਦੀਪ ਜੀ ਇੱਕ ਹੋਰ ਹੈਗਾ, is there any way to reinstate 3C leave
what is my status if 3C leave comes to an end, हाँ जी, बड़ा technical, but HR appeal is pending? हाँ जी, बड़ा टेक्निकल क्वेश्चन है, ਪਰ ਕੋਈ ਨਹੀਂ, ਮੈਂ ਬੇਸਿਕਲੀ ਸੈਕਸ਼ਨ 3C ਲੀਵ ਉਹ ਹੁੰਦੀ ਹੈ ਵੀ ਜਦੋਂ ਤੁਸੀਂ ਤੁਹਾਡਾ ਵੀਜ਼ਾ ਇੱਥੇ ਚੱਲਦਾ ਪਿਆ ਤਾਂ ਤੁਹਾਡਾ ਵੀਜ਼ਾ ਖਤਮ ਹੋਣ ਲੱਗਾ ਆ, ਪਰ ਜੇ ਤੁਸੀਂ ਉਸ ਟਾਈਮ ਦੇ ਵਿੱਚ ਆਪਣਾ ਵੀਜ਼ਾ ਜੇ ਤੁਸੀਂ ਨਹੀਂ ਵਧਾ ਸਕਦੇ, ਤੁਸੀਂ ਪੋਸਟਲ ਐਪਲੀਕੇਸ਼ਨ ਕੀਤੀ ਹੈਗੀ ਤਾਂ ਤੁਹਾਡਾ ਸਟੇਟਸ ਕੀ ਹੈਗਾ ਆ, ਉਹਦੇ ਵਿੱਚ ਸੈਕਸ਼ਨ 3C ਲੀਵ ਤੁਹਾਡੀ ਟ੍ਰਿਗਰ ਹੁੰਦੀ ਹੈ ਵੀ ਜੇ ਤੁਸੀਂ ਆਪਣਾ ਵੀਜ਼ਾ ਆਪਣਾ ਇਨ ਟਾਈਮ ਤੁਸੀਂ ਐਪਲੀਕੇਸ਼ਨ ਕਰਤੀ, ਮਤਲਬ ਕਿ ਤੁਸੀਂ ਆਪਣਾ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲੇ ਤੁਸੀਂ ਉਹਨਾਂ ਨੂੰ ਐਪਲੀਕੇਸ਼ਨ ਸੈਂਡ ਕਰ ਦਿੱਤੀ ਹੈ, ਤਾਂ ਤੁਹਾਡੀ ਸੈਕਸ਼ਨ 3C ਲੀਵ ਤੁਹਾਡੀ ਕੰਟੀਨਿਊ ਰਹੂਗੀ ਅੰਟਿਲ ਤੁਹਾਡੀ ਐਪਲੀਕੇਸ਼ਨ ਪੈਂਡਿੰਗ ਹੈ, ਤੇ ਜਾਂ ਤੁਹਾਡੀ ਜਿਹੜੀ ਵੀ ਕੋਈ ਅਪੀਲ ਜਿਹੜੀ ਹੈਗੀ, ਜੇ ਤੁਸੀਂ ਜਿੱਦਾਂ ਇਹਨਾਂ ਦੀ ਹਿਊਮਨ ਰਾਈਟਸ ਦੀ ਅਪੀਲ ਪੈਂਡਿੰਗ ਹੈਗੀ ਆ, ਉਹ ਪੈਂਡਿੰਗ ਹੈਗੀ ਆ ਜੇ, ਤੇ ਜੇ ਇਦਾਂ ਦਾ ਕੋਈ ਸਿਚੁਏਸ਼ਨ ਇਦਾਂ ਦੀ ਜੇ ਕੋਈ ਹੈਗੀ ਆ, ਤੇ ਡੈਫੀਨੇਟਲੀ ਜੇ ਇਹਨਾਂ ਦੀ ਹਿਊਮਨ ਰਾਈਟਸ ਦੀ ਹੈ ਜਾਂ ਹਿਊਮਨ ਰਾਈਟਸ ਐਪਲੀਕੇਸ਼ਨ ਪੈਂਡਿੰਗ ਹੈ, ਤੇ ਜਾਂ ਹਿਊਮਨ ਰਾਈਟਸ ਦੀ ਅਪੀਲ ਪੈਂਡਿੰਗ ਹੈਗੀ ਇਹਨਾਂ ਦੀ, ਜਿੰਨੀ ਦੇਰ ਤੱਕ ਉਹ ਅਪੀਲ ਜਾਂ ਐਪਲੀਕੇਸ਼ਨ ਕੰਟੀਨਿਊ ਚੱਲਦੀ ਪਈ ਹੈਗੀ ਆ, ਇਹਨਾਂ ਦੀ ਸੈਕਸ਼ਨ 3C ਲਈ ਪ੍ਰੋਟੈਕਟਡ ਹੈ, ਤੇ ਜੇ ਇਹ ਵਿਨ ਕਰ ਜਾਂਦੇ ਹੈਗੇ ਆ ਅਪੀਲ, ਤੇ ਜੇ ਐਪਲੀਕੇਸ਼ਨ ਅਲਾਉ ਹੋ ਜਾਂਦੀ ਹੈ whichever is the case, ਤੇ ਉਦੋਂ ਵੀ ਫਿਰ ਇਹਨਾਂ ਦੀ ਜਿਹੜੀ ਸੈਕਸ਼ਨ 3C ਲੀਵ ਜਿਹੜੀ ਹੈਗੀ ਆ ਉਹ ਕੰਟੀਨਿਊ ਰਹੂਗੀ, ਉਹਦੇ ਵਿੱਚ ਕੋਈ ਬ੍ਰੇਕ ਨਹੀਂ ਹੋਊਗੀ। ਜਿਹੜਾ ਇਹਨਾਂ ਦਾ ਇਹਨਾਂ ਦਾ ਜੇ ਐਂਡ ਮੋਟਿਵ ਇਹ ਹੈ ਵੀ ਇਹਨਾਂ ਨੇ 10 years ਰੂਟ ਦੇ ਉੱਤੇ ਇੰਡੈਫੀਨਿਟਲੀ ਰਿਮੇਨ ਅਪਲਾਈ ਕਰਨੀ ਹੈਗੀ ਹੈ, ਸੈਟਲਮੈਂਟ ਅਪਲਾਈ ਕਰਨੀ ਹੈ, ਤੇ ਉਹਦੇ ਉੱਤੇ ਕੋਈ ਇਫੈਕਟ ਨਹੀਂ ਹੋਊਗਾ, ਫਿਰ ਇਹ ਕੈਰੀ ਔਨ ਕਰ ਸਕਦੇ ਆ ਆਪਣਾ ਆਰਾਮ ਨਾਲ, ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ। ਇਹ ਜਿਹੜਾ ਸਿਮਿਲਰ ਕੁਐਸਚਨ ਹੈ ਇੱਕ ਤਰ੍ਹਾਂ ਦਾ, ਉਹ ਪੁੱਛਦੇ ਨੇ ਕਿ ਕਿਹੜਾ ਫਾਰਮ ਫਿਲ ਕਰਨਾ ਪਏਗਾ ਫॉर ਦੀ ਇੰਡੀਪੈਂਡੈਂਟ ਐਕਸਟੈਂਸ਼ਨ ਲਈ, ਕੋਈ ਪਾਰਟਿਕੂਲਰ ਫਾਰਮ ਹੁੰਦਾ, ਵੁੱਡ ਯੂ ਨੋ ਦੈਟ? ਇਟ ਡਿਪੈਂਡਸ ਔਨ ਡਿਪੈਂਡੈਂਟ ਐਕਸਟੈਂਸ਼ਨ ਕਿ ਕਿਹੜੇ ਰੂਟ ਦੇ ਉੱਤੇ, ਜੇ ਡਿਪੈਂਡੈਂਟ ਜਿਹੜੇ ਹੈਗੇ ਉਹ ਟੀਅਰ 4 ਦੇ ਵੀ ਹੁੰਦੇ ਹੈਗੇ ਆ, ਡਿਪੈਂਡੈਂਟ ਜਿਹੜੇ ਹੈਗੇ ਟੀਅਰ 2 ਦੇ ਵੀ ਹੈਗੇ ਆ, ਡਿਪੈਂਡੈਂਟ ਜਿਹੜੇ ਹੈਗੇ ਟੀਅਰ 5 ਦੇ ਵੀ ਹੈਗੇ ਆ, ਤੇ ਇਹ ਟੀਅਰ 2 ਡਿਪੈਂਡੈਂਟ ਐਪਲੀਕੇਸ਼ਨ ਫਾਰਮ ਹੈਗੇ ਆ, ਜਿਹੜੇ ਬਾਕੀ ਜਿਹੜੇ ਰੂਟਸ ਹੈਗੇ ਉਹਨਾਂ ਦੇ ਡਿਪੈਂਡੈਂਟ ਐਪਲੀਕੇਸ਼ਨ ਫਾਰਮਸ ਉਹ ਸੈਪਰੇਟ ਹੈਗੇ ਆ, ਤੇ ਇਹਨਾਂ ਦੀ ਜਿਹੜੀ ਮੇਨ ਐਪਲੀਕੈਂਟ ਜਿਹੜਾ ਹੈਗਾ ਉਹ ਕਿਹੜੀ ਮੇਨ ਕੈਟਾਗਰੀ ਕੀ ਹੈਗੀ ਉਹਦੇ ਉੱਤੇ ਡਿਪੈਂਡ ਕਰੇਗਾ, ਵੀ ਜੇ ਤਾਂ ਇਹ ਸਟੂਡੈਂਟ ਕੈਟਾਗਰੀਜ਼ ਦੇ ਵਿੱਚ ਹੈਗੇ ਆ ਤੇ ਫਿਰ ਤੁਹਾਨੂੰ ਆਪਣਾ ਟੀਅਰ 4 ਡਿਪੈਂਡੈਂਟ ਐਪਲੀਕੇਸ਼ਨ ਫਾਰਮ ਹੈਗਾ, ਇੱਕ ਟੀਅਰ 5 ਤੇ ਟੀਅਰ 2 ਡਿਪੈਂਡੈਂਟ ਐਪਲੀਕੇਸ਼ਨ ਫਾਰਮ, ਟੀਅਰ 1 ਡਿਪੈਂਡੈਂਟ ਐਪਲੀਕੇਸ਼ਨ ਫਾਰਮ, ਇਹ ਵੱਖਰੇ ਹੈਗੇ ਆ ਸਾਰੇ। ਇਹ ਡਿਪੈਂਡ ਕਰੂਗਾ ਜਿਹੜਾ ਮੇਨ ਐਪਲੀਕੈਂਟ ਉਹਦੀ ਕੈਟਾਗਰੀ ਕੀ ਸੀਗੀ, ਪਲੱਸ ਜੇ ਡਿਪੈਂਡੈਂਟ ਤੁਸੀਂ ਕਿਸੇ ਦੇ ਹੈਗੇ ਜਿਹਦੇ ਕੋਈ ਇੱਥੇ ਆਊਟਸਾਈਡ ਦਾ ਇਮੀਗ੍ਰੇਸ਼ਨ ਰੂਲਸ ਇੱਥੇ ਪਰਮਿਸ਼ਨ ਹੈਗੀ ਹੈ ਇੱਥੇ ਰਹਿਣ ਦੀ ਯੂਨਾਈਟਿਡ ਕਿੰਗਡਮ ਦੇ ਵਿੱਚ, ਉਹਦੇ ਵਾਸਤੇ ਫਿਰ FLR-FP ਫਾਰਮ ਜਾਂ FLR-HRO ਫਾਰਮ ਜਿਹੜਾ ਹੈਗਾ ਉਹ ਅਪਲਾਈ ਹੁੰਦਾ ਹੈ, ਵੀ ਉਹਦੇ ਵਿੱਚ ਕਾਫੀ ਵਾਸਟ ਉਹਨਾਂ ਨੇ ਕਵਰ ਕੀਤਾ ਹੈਗਾ ਵੀ ਸਿਨਾਰੀਓਜ਼, ਵੀ ਜੇ ਤੁਸੀਂ ਇੱਥੇ ਨਹੀਂ ਤੇ ਇੱਥੇ ਸੈੱਟ ਹੋ ਸਕਦੇ, ਇੱਥੇ ਨਹੀਂ ਤੇ ਇੱਥੇ ਸੈੱਟ ਹੋ ਸਕਦੇ, ਜੇ ਕੋਈ ਫਾਰਮ ਨਹੀਂ ਅਪਲਾਈ ਹੁੰਦਾ ਜਾਂ ਤੁਹਾਡੀ ਕੈਟਾਗਰੀ ਆਊਟਸਾਈਡ ਦਾ ਇਮੀਗ੍ਰੇਸ਼ਨ ਰੂਲਸ ਹੈਗੀ ਹੈ, ਤੇ ਫਿਰ ਤੁਸੀਂ FLR-HRO ਜਾਂ FLR-FP ਜਿਹੜਾ ਫਾਰਮ ਹੈਗਾ ਤੁਸੀਂ ਉਹਨੂੰ ਯੂਜ਼ ਕਰਕੇ ਤੁਸੀਂ ਐਜ਼ ਅ ਡਿਪੈਂਡੈਂਟ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਇਹ ਵੁੱਡ ਡਿਪੈਂਡ ਔਨ ਵੀ ਜਿਹੜੇ ਬੇਸਿਸ ਤੇ ਤੁਸੀਂ ਡਿਪੈਂਡੈਂਟ ਉਹਦੀ ਕੈਟਾਗਰੀ ਕੀ ਹੈ। ਬਹੁਤ ਅੱਛੇ। ਇੱਕ ਹੋਰ ਜਿਹਨੇ ਵੀ ਤੁਸੀਂ ਸਵਾਲ ਪੁੱਛਦੇ ਹੋ, ਓਨੈਸਟਲੀ ਹੋਪ ਕਿ ਤੁਸੀਂ ਪ੍ਰੋਗਰਾਮ ਦੇਖਦੇ ਹੋਵੋਗੇ, ਬਹੁਤ ਇੰਟਰਸਟਿੰਗ ਤੁਹਾਨੂੰ ਇਨ ਸ਼ਾਰਟ ਜਵਾਬ ਦਿੱਤੇ ਜਾਂਦੇ ਨੇ, ਕਿਉਂਕਿ ਅੱਧੇ ਘੰਟੇ 'ਚ ਸਾਰਾ ਕੁਝ ਕਵਰ ਨਹੀਂ ਹੁੰਦਾ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕੀਤਾ, ਪਲੀਜ਼ ਕਾਲ ਕਰੋ, ਨੰਬਰ ਛੱਡੋ ਤੇ ਇਕਬਾਲਦੀਪ ਜੀ ਤੁਹਾਨੂੰ ਕਾਲ ਕਰਕੇ ਤੁਸੀਂ 1-to-1 ਕੰਸਲਟੇਸ਼ਨ ਕਰ ਸਕਦੇ ਹੋ। ਇਕਬਾਲਦੀਪ ਜੀ ਇੱਕ ਹੋਰ ਹੈਗਾ, ਕਹਿੰਦਾ ਪਲੈਨਿੰਗ ਟੂ ਅਪਲਾਈ ਫॉर ਦ ਨੈਚੁਰਲਾਈਜੇਸ਼ਨ ਦਿਸ ਮੰਥ, ਇਸ ਮਹੀਨੇ ਦੇ ਵਿੱਚ। Considering the lockdown due to the corona, is it bad time to submit the application? ਉਹ ਪਹਿਲਾ ਸਵਾਲ ਉਹਨਾਂ ਦਾ ਕਿ ਹੁਣ ਕਰੋਨਾ ਕਰਕੇ is it a bad time to submit the application? Also for the referee letter, do I only need 2 declarations formed by the referee, or do I need recommendation letter as well from them? ਹਾਂਜੀ, ਇਹ ਕੋਈ ਇਦਾਂ ਦਾ ਕੋਈ ਗੱਲ ਨਹੀਂ ਹੈ ਕਿ ਗੁੱਡ ਟਾਈਮ ਜਾਂ ਬੈਡ ਟਾਈਮ। ਜੇ ਤੁਸੀਂ ਨੈਚੁਰਲਾਈਜੇਸ਼ਨ ਵਾਸਤੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ, ਆਨਲਾਈਨ ਸਿਸਟਮ ਹਲੇ ਵੀ ਓਪਨ ਹੈ, ਤੁਸੀਂ ਆਪਣੇ ਆਪ ਨੂੰ ਅਪਲਾਈ ਕਰਕੇ ਤੁਸੀਂ ਯੂ ਕੈਨ ਗੈਟ ਯੋਰਸੈਲਫ ਇਨ ਦ ਕਿਊ, ਤੁਸੀਂ ਕਿਊ 'ਚ ਆਪਣਾ ਲੱਗ ਸਕਦੇ ਹੋ, ਕਿਉਂਕਿ ਆਨਲਾਈਨ ਉਹਨਾਂ ਦੇ ਜਿਹੜੇ ਆਨਲਾਈਨ ਜਿਹੜਾ ਸਿਸਟਮ ਹੈਗਾ ਸਾਰਾ ਉਹਨਾਂ ਦਾ ਚੱਲਦਾ ਪਿਆ ਹੈਗਾ ਆ, ਤੇ ਉਹਦੇ ਵਿੱਚ ਕੋਈ ਰੋਕ ਨਹੀਂ ਹੈਗੀ। ਤੇ ਤੁਸੀਂ ਜਿਹੜੇ ਰੈਫਰੈਂਸ ਡੈਕਲੇਰੇਸ਼ਨ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਯੈਸ ਡੈਫੀਨੇਟਲੀ ਤੁਹਾਨੂੰ ਆਪਣਾ ਕਰਨੀਆਂ ਪੈਣਗੀਆਂ, ਤੁਸੀਂ ਉਹਨਾਂ ਨੂੰ ਕਰਕੇ ਰੱਖ ਸਕਦੇ ਆਪਣੇ ਕੋਲ। ਤੇ ਜਦੋਂ ਆਪਣਾ ਰੀਓਪਨ ਹੋਊਗਾ ਸਾਰਾ ਕੁਝ, ਜਦੋਂ ਰੀਓਪਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਡੈਫੀਨੇਟਲੀ ਤੁਹਾਨੂੰ ਉਹਨਾਂ ਨੇ ਜਦੋਂ ਫਿੰਗਰਪ੍ਰਿੰਟਸ ਵਾਸਤੇ ਤੁਹਾਨੂੰ ਕਾਲ ਕਰੋਗੇ, ਇੱਥੇ ਦੀ ਜਿਹੜੀ ਇਮੀਗ੍ਰੇਸ਼ਨ ਹੈਗੀ, ਜਦੋਂ ਇਹਨਾਂ ਦੇ ਜਿਹੜੇ ਸੋਪਰਾਸਟੀਰਾ ਦੇ ਜਿਹੜੇ ਸੈਂਟਰਸ ਹੈਗੇ, ਵੀਜ਼ਾ ਸੈਂਟਰਸ ਜਿਹੜੇ ਹੈਗੇ ਉਹ ਫਿਲਹਾਲ ਤੇ ਹਾਲੇ ਕਲੋਜ਼ ਹੈਗੇ ਬਿਕੋਜ਼ ਆਫ ਦਾ ਕਰੋਨਾ ਵਾਇਰਸ ਪੈਂਡੇਮਿਕ। ਤੇ ਜਦੋਂ ਉਹ ਰੀਓਪਨ ਹੋਣਗੇ, ਸਾਰਿਆਂ ਦੀਆਂ ਜਿਹੜੀਆਂ ਐਪਲੀਕੇਸ਼ਨ ਉਹਨਾਂ ਨੇ ਆਨਲਾਈਨ ਕੀਤੀਆਂ ਹੈਗੀਆਂ, ਜਿਹੜੇ ਕਿਊ ਦੇ ਵਿੱਚ ਹੈਗੀਆਂ, ਉਹਨਾਂ ਨੇ 1 by 1 ਉਹਨਾਂ ਨੂੰ ਪਿਕ ਕਰਨਾ ਸ਼ੁਰੂ ਕਰ ਦੇਣਾ ਹੈ, ਤੇ ਤੁਹਾਨੂੰ ਬੁਲਾਇਆ ਜਾਏਗਾ ਉੱਥੇ ਸੋਪਰਾਸਟੀਰਾ ਦੇ ਵਿੱਚ ਆਪਣੇ ਫਿੰਗਰਪ੍ਰਿੰਟਸ ਕਰਨ ਦਾ ਡਾਕੂਮੈਂਟੇਸ਼ਨ ਦੇਣ, ਤੇ ਤੁਸੀਂ ਡੈਫੀਨੇਟਲੀ ਤੁਹਾਨੂੰ ਇਹਦੇ ਵਿੱਚ ਕੋਈ ਰੋਕ ਨਹੀਂ ਹੈਗੀ। ਇਟ ਇਜ਼ ਅ ਗੁੱਡ ਟਾਈਮ, ਯੂ ਕੈਨ ਅਪਲਾਈ, ਤੁਹਾਨੂੰ ਕੋਈ ਰੋਕ ਨਹੀਂ ਹੈਗੀ, ਤੁਸੀਂ ਅਪਲਾਈ ਕਰ ਸਕਦੇ। ਸਿਰਫ
ਤੁਹਾਨੂੰ ਹਲੇ ਕੋਈ ਜਵਾਬ ਨਹੀਂ ਮਿਲੂਗਾ, ਤੁਹਾਡੀ ਐਪਲੀਕੇਸ਼ਨ ਇੱਕ ਵਾਰੀ ਅਪਲਾਈ ਹੋ ਗਈ ਉੱਥੇ ਜਾ ਕੇ ਸਟੈਂਡ ਸਟਿਲ ਹੋ ਜਾਊਗੀ ਜਿੰਨੀ ਦੇਰ ਤੱਕ ਸਾਰੇ ਸੈਂਟਰ ਨਹੀਂ ਖੁੱਲਦੇ। ਅਦਰਵਾਈਜ਼ ਇਟ ਇਜ਼ ਅ ਗੁੱਡ ਟਾਈਮ ਟੂ ਅਪਲਾਈ, ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਅਪਲਾਈ ਕਰ ਸਕਦੇ ਹੋ। थोड़े 5 मिनट हो रह गए ने, ਅਸੀਂ ਪਹਿਲਾਂ ਤੁਹਾਨੂੰ ਲਾਸਟ ਟਾਈਮ ਇਹ ਸਵਾਲ ਪੁੱਛਿਆ ਸੀ, ਮੈਂ ਚਾਹਾਂਗਾ ਤੁਸੀਂ ਵਾਪਸ ਰਿਪੀਟ ਕਰੋ। ਇੰਟਰਨੈਸ਼ਨਲ ਸਟੂਡੈਂਟ ਦਾ ਕੋਈ ਹਾਂਜੀ ਹੋਰ ਬਦਲਾ ਆਈ, ਨਿਊ ਰੂਲਿੰਗ ਅਸੀਂ ਥੋੜੀ ਬਹੁਤੀ ਗੱਲ ਕੀਤੀ ਸੀਗੀ, ਮੈਂ ਚਾਹਾਂਗਾ ਤੁਸੀਂ ਫਿਰ ਉਹਦਾ ਥੋੜਾ ਰਿਪੀਟ ਕਰ ਦਿਓ। ਵੈਸੇ ਯਾ ਸਟੂਡੈਂਟਸ ਦੀ ਉਹਨਾਂ ਨੇ ਜਿਹੜੀ ਕਿ ਮੇਨ ਇੰਪੋਰਟੈਂਟ ਆਪਾਂ ਲਾਸਟ ਵੀਕ ਵੀ ਅਪਡੇਟ ਕੀਤਾ ਸੀਗਾ, ਤੇ ਉਹਦੇ ਵਿੱਚ ਸਟੂਡੈਂਟਸ ਦੀ ਇਹੀ ਅਪਡੇਟ ਹੈਗੀ ਹੈ ਵੀ ਜੇ ਤੁਸੀਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ ਤੇ ਤੁਸੀਂ ਜੇ ਨੈਸ਼ਨਲ ਹੈਲਥ ਸਰਵਿਸਿਜ਼ ਦੇ ਵਿੱਚ ਤੁਹਾਡੀ ਇੰਪਲੋਇਮੈਂਟ ਹੈਗੀ ਆ ਤੇ ਤੁਸੀਂ ਆਪਣੇ ਜਿਹੜੇ 20 ਆਵਰ ਜਿਹੜੇ ਹੈਗੇ ਤੁਸੀਂ ਉਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਹੋ। ਇਹ ਜਿਹੜਾ ਉਹਨਾਂ ਨੇ ਕੰਸੈਸ਼ਨ ਕੱਢਿਆ ਸੀਗਾ। ਪਲੱਸ ਜੇ ਤੁਹਾਡੀ ਯੂਨੀਵਰਸਿਟੀ ਕਲੋਜ਼ ਸ਼ਟ ਡਾਊਨ ਹੋ ਗਈ ਹੈ ਬਿਕੋਜ਼ ਆਫ ਦ ਕਰੋਨਾ ਵਾਇਰਸ ਪੈਂਡੇਮਿਕ, ਤੇ ਉਹ ਤੁਹਾਡੀ ਹਲੇ ਪੜ੍ਹਾਈ ਦੇ ਵਿੱਚ ਹਲੇ ਰੋਕ ਲੱਗੀ ਹੋਈ ਆ, ਤੇ ਜੇ ਤੁਸੀਂ ਫ੍ਰੀ ਹੈਗੇ ਤਾਂ ਤੁਸੀਂ ਤਾਂ ਵੀ ਜ਼ਿਆਦਾ ਕੰਟੀਨਿਊ ਤੁਸੀਂ ਆਪਣਾ ਜਿੰਨਾ ਤੁਸੀਂ ਕੰਮ ਕਰਨਾ ਚਾਹੁੰਦੇ ਹੈਗੇ ਤੁਸੀਂ ਕਰ ਸਕਦੇ ਹੈਗੇ ਹੋ। ਤੇ ਉਹਨਾਂ ਨੇ ਵਿੱਚ ਇਹ ਵੀ ਕਿਹਾ ਸੀਗਾ ਵੀ ਜਿਹੜੀ ਡਿਸਟੈਂਸ ਲਰਨਿੰਗ ਜਿਹੜੀ ਹੈਗੀ ਉਹਨਾਂ ਨੇ ਉਹ ਵੀ ਪਾਲਿਸੀ ਦੇ ਵਿੱਚ ਇਨਕਲੂਡ ਕਰ ਦਿੱਤੀ ਸੀ। ਜਿੰਨੇ ਤੱਕ ਪਾਲਿਸੀ ਹੈਗੀ ਆ ਤੁਸੀਂ ਆਪਣਾ ਡਿਸਟੈਂਸ ਲਰਨਿੰਗ ਵੀ ਕਰ ਸਕਦੇ ਹੈਗੇ ਹੋ। ਤੇ ਇਹ ਚੀਜ਼ਾਂ ਉਹਨਾਂ ਨੇ ਕਹੀਆਂ ਸੀਗੀਆਂ। ਤੇ ਸਟੂਡੈਂਟਸ ਵਾਸਤੇ ਇੱਕ ਹੋਰ ਵੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ। ਕਦੀ ਕਦੀ ਕੀ ਹੁੰਦਾ ਵੀ ਜਿੱਦਾਂ ਜਿਹੜਾ 30 ਡੇਜ਼ ਦਾ ਜਿਹੜਾ ਅਸੀਂ ਗੱਲ ਕੀਤੀ ਸੀਗੀ ਪਹਿਲੇ, ਜਿਹੜਾ ਜਿਹਨਾਂ ਨੂੰ 30 ਡੇਜ਼ ਦਾ ਵੀਜ਼ਾ ਮਿਲਿਆ ਸੀ ਉਹ ਇੱਥੇ ਆ ਨਹੀਂ ਸਕੇ, ਤੇ ਉਹਨਾਂ ਦਾ ਕੀ ਹਾਲਾਤ ਆ ਉਹ ਤਾਂ ਅਸੀਂ ਐਕਸਪਲੇਨ ਕਰਤਾ। ਇਹਦੇ ਵਿੱਚ ਉਹ ਵੀ ਬੰਦੇ ਜਿਹੜੇ ਹੈਗੇ ਜਿਨ੍ਹਾਂ ਨੂੰ ਕੈਸ ਇਸ਼ੂ ਹੋ ਗਈ ਸੀਗੀ ਪਰ ਉਹ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਪੈਂਡੇਮਿਕ ਕਰਕੇ ਬ੍ਰਿਟਿਸ਼ ਹਾਈ ਕਮਿਸ਼ਨਸ ਜਿਹੜੀਆਂ ਹੈਗੀਆਂ ਆਲ ਅਕ੍ਰੋਸ ਦ ਗਲੋਬ ਉਹ ਸ਼ਟ ਡਾਊਨ ਹੋ ਗਈਆਂ। ਜਿਹੜੇ VFS ਸੈਂਟਰ ਜਿਹੜੇ ਹੈਗੇ ਉਹ ਸ਼ਟ ਡਾਊਨ ਹੋ ਗਏ, ਜਿਹਦੇ ਕਰਕੇ ਟਾਈਮ ਲਿਮਿਟ ਹੁੰਦੀ ਹਰ ਸਪਾਂਸਰਸ਼ਿਪ ਦੇ ਉੱਤੇ। ਜਿਹੜੀ ਸਟੂਡੈਂਟ ਵੀਜ਼ਾ ਦੀ ਜਿਹੜੀ ਸਪਾਂਸਰਸ਼ਿਪ ਹੁੰਦੀ ਯੂਨੀਵਰਸਿਟੀ ਦੀ, ਹਰ ਇੱਕ ਦੀ ਟਾਈਮ ਲਿਮਿਟ, ਜੇ ਤੁਹਾਡੀ ਟਾਈਮ ਲਿਮਿਟ ਰਨ ਆਊਟ ਹੋ ਗਈ ਹੈ ਉਹ ਕੈਸ ਦੀ, ਤੁਸੀਂ ਸਟਿਲ ਉਹਨੂੰ ਯੂਜ਼ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਉਹ ਇੱਥੇ ਦੀ ਗਵਰਨਮੈਂਟ ਨੇ ਇੱਥੇ ਕਿਹਾ ਹੈਗਾ ਵੀ ਸਾਨੂੰ ਕੋਈ ਓਬਜੈਕਸ਼ਨ ਨਹੀਂ ਹੋਊਗੀ, ਤੁਸੀਂ ਉਹ ਕਰ ਸਕਦੇ ਹੈਗੇ ਹੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਸੀਂ ਉਹ ਜਿਹੜੀ ਕੈਸ ਜਿਹੜੀ ਐਕਸਪਾਇਰ ਵੀ ਹੋ ਚੁੱਕੀ ਹੈਗੀ ਹੈ ਅਸੀਂ ਉਹਨੂੰ ਐਜ਼ ਅ ਵੈਲਿਡ ਕੈਸ ਐਕਸੈਪਟ ਕਰਾਂਗੇ, ਤੇ ਅਸੀਂ ਉਹਨੂੰ ਤੁਹਾਨੂੰ ਤੁਹਾਡੀ ਜਿਹੜੀ ਵੀਜ਼ਾ ਐਪਲੀਕੇਸ਼ਨ ਹੈਗੀ ਪ੍ਰੋਪਰਲੀ ਕੰਸੀਡਰ ਕੀਤੀ ਜਾਏਗੀ। ਅਨਦਰ ਮੋਸਟ ਇੰਪੋਰਟੈਂਟ ਥਿੰਗ ਸਟੂਡੈਂਟਸ ਵਾਸਤੇ ਇਹ ਹੈਗੀ ਹੈ ਵੀ ਜਿਹੜਾ IELTS ਦੀ ਬੜੀ ਮੇਜਰ ਰਿਕੁਆਇਰਮੈਂਟ ਆ, ਪਰ ਉਹਨਾਂ ਨੇ ਇਹਨਾਂ ਨੇ ਇੱਕ ਇਹ ਵੀ ਕੰਸੈਸ਼ਨ ਕੱਢਿਆ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਜਿਹੜੇ ਕਿ ਇੱਥੇ ਸਟੱਡੀ ਕਰਨਾ ਆਉਣਾ ਚਾਹੁੰਦੇ ਆ ਕਿ ਜੇ ਤੁਸੀਂ ਕਿਸੇ ਰੀਜ਼ਨ ਤੋਂ, ਕਿਉਂਕਿ ਸੈਂਟਰ ਇੰਗਲਿਸ਼ ਟ੍ਰੇਨਿੰਗ ਸੈਂਟਰ ਜਿਹੜੇ ਹੈਗੇ ਆਲ ਅਕ੍ਰੋਸ ਦ ਗਲੋਬ ਉਹ ਵੀ ਸ਼ਟ ਡਾਊਨ ਹੋਏ ਆ, ਤੇ ਉਹ ਇਸ ਵੇਲੇ ਇੰਗਲਿਸ਼ ਟੈਸਟ ਸਟੂਡੈਂਟਸ ਜਿਹੜੇ ਹੈਗੇ ਇੰਟਰਨੈਸ਼ਨਲੀ ਉਹ ਕਰ ਨਹੀਂ ਪਾ ਰਹੇ। ਇਸ ਕਰਕੇ ਗਵਰਨਮੈਂਟ ਨੇ ਇਹ ਪਾਲਿਸੀ ਕੱਢੀ ਹੈਗੀ ਹੈ। ਤੇ ਜਿਹੜੀਆਂ ਇੱਥੇ ਦੀ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ, ਜਿਹੜੀ ਇੱਥੇ ਦੀਆਂ ਆਪਣਾ ਹਾਈਲੀ ਐਜੂਕੇਸ਼ਨ ਇੰਸਟੀਟਿਊਸ਼ਨਸ ਜਿਹੜੇ ਹੈਗੇ ਉਹਨਾਂ ਨੂੰ ਪਾਵਰ ਦਿੱਤੀ ਹੈਗੀ ਵੀ ਤੁਸੀਂ ਸਟੂਡੈਂਟ ਦੀ ਇੰਗਲਿਸ਼ ਜਿਹੜੀ ਅਸੈਸਮੈਂਟ ਜਿਹੜੀ ਹੈਗੀ ਹੈ ਤੁਸੀਂ IELTS ਤੋਂ ਬਗੈਰ ਵੀ ਕਰ ਸਕਦੇ। ਤੁਸੀਂ ਆਪਣੇ ਬੇਸਿਸ ਦੇ ਉੱਤੇ ਤੁਸੀਂ ਉਹਨਾਂ ਨੂੰ ਅਸੈਸ ਕਰ ਸਕਦੇ ਹੋ ਵੀ ਇਹਨਾਂ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਕੀ ਹੈਗੀ ਹੈ, ਜੇ ਮੀਟ ਕਰਦੇ ਕਿ ਨਹੀਂ ਮਾਰਦੇ ਇੰਗਲਿਸ਼ ਰਿਕੁਆਇਰਮੈਂਟਸ। ਫੋਰ ਐਗਜ਼ਾਮਪਲ ਉਹਨਾਂ ਦਾ 10th ਦਾ ਐਗਜ਼ਾਮ ਤੁਸੀਂ ਅਸੈਸ ਕਰ ਸਕਦੇ ਹੋ, 12th ਦੀ ਐਗਜ਼ਾਮ ਕਿੰਨੇ ਸਕੋਰ ਸੀਗੇ ਇੰਗਲਿਸ਼ ਉਹ ਤੁਸੀਂ ਉੱਥੋਂ ਅਸੈਸ ਕਰ ਸਕਦੇ ਹੋ। ਮੀਡੀਅਮ ਆਫ ਸਟੱਡੀ ਕੀ ਰਿਹਾ ਇਹਨਾਂ ਦਾ ਉਹ ਲਾਈਫ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਕੋਈ ਵੀ ਨਾਨ EU ਕੰਟਰੀ ਜਿਹੜੀ ਹੈਗੀ ਉਹਦੇ ਵਿੱਚ ਕੀ ਰਿਹਾ ਹੈਗਾ, ਤੁਸੀਂ ਉਹ ਵੀ ਤੁਸੀਂ ਇੰਟਰੋਡਿਊਸ ਕਰ ਸਕਦੇ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਆਪਣੀ ਇੰਗਲਿਸ਼ ਲੈਂਗੁਏਜ ਦੀ ਅਸੈਸਮੈਂਟ ਤੇ ਬਿਨਾਂ IELTS ਤੋਂ ਤੁਸੀਂ ਉਹਨਾਂ ਨੂੰ ਆਪਣਾ ਸਰਟੀਫਿਕੇਟ ਆਫ ਸਪਾਂਸਰਸ਼ਿਪ ਤੁਸੀਂ ਉਹਨਾਂ ਨੂੰ ਕੈਸ਼ ਦੇ ਸਕਦੇ ਹੈਗੇ ਤਾਂ ਕਿ ਉਹ ਆਪਣਾ ਸਟੂਡੈਂਟ ਵੀਜ਼ਾ ਇੰਟਰਨੈਸ਼ਨਲ ਟੀਅਰ 4 ਸਟੂਡੈਂਟ ਵੀਜ਼ਾ ਓਵਰਸੀਜ਼ ਤੋਂ ਅਪਲਾਈ ਕਰ ਸਕਣ। ਇੱਕ ਉਹਨਾਂ ਨੇ ਬੜਾ ਅਮਰ ਸੇ ਸਾਡੀ ਬੜੀ ਕੰਪੈਟੀਬਿਲਿਟੀ ਹੋ ਗਈ ਹੈ। ਮੇਰਾ ਨੈਕਸਟ ਸਵਾਲ ਸੀਗਾ ਇੰਗਲਿਸ਼ ਟੈਸਟ ਬਾਰੇ, ਤੁਸੀਂ ਨਾਲ ਹੀ ਮੈਨੂੰ ਜਵਾਬ ਦੇ ਦਿੱਤਾ ਤੇ ਉਹ ਮੇਰਾ ਸਵਾਲ ਸੇਵ ਹੋ ਗਿਆ ਥੋੜਾ ਜਿਹਾ। ਥੈਂਕ ਯੂ ਸੋ ਮਚ। ਤੇ ਇੱਕ ਹੋਰ ਬੜੀ ਗੁੱਡ ਨਿਊਜ਼ ਇਹ ਵੀ ਹੈਗੀ ਹੈ ਜਿਹੜਾ ਕਿ ਗ੍ਰੈਜੂਏਟ ਸਕੀਮ ਜਿਹੜੀ ਉਹਨਾਂ ਨੇ ਕੱਢੀ ਸੀਗੀ ਉਹ ਜਿੱਦਾਂ ਉਹਨਾਂ ਨੇ ਆਪਣਾ ਕਿਹਾ ਸੀਗਾ ਵੀ ਨੈਕਸਟ ਈਅਰ ਉਹਨਾਂ ਨੇ ਸ਼ੁਰੂ ਕਰ ਦੇਣੀ ਹੈਗੀ ਆ, ਤੇ ਉਹ ਉਦਾਂ ਉਹਦੇ ਉੱਤੇ ਵੀ ਕੋਈ ਇਫੈਕਟ ਨਹੀਂ ਹੈਗਾ। ਜਿਹੜੇ ਕਿ ਜਿਨ੍ਹਾਂ ਨੇ ਅਗਲੇ ਸਾਲ ਜਿਹਨਾਂ ਦੀ ਗ੍ਰੈਜੂਏਸ਼ਨਸ ਕੰਪਲੀਟ ਹੋਣੀਆਂ ਹੈਗੀਆਂ, ਮਾਸਟਰਸ ਤੇ ਬੈਚਲਰਸ ਜਿਹੜੀ ਮਾਸਟਰਸ ਜਿਹੜੀ ਉਹਨਾਂ ਨੇ ਜਿਹਨਾਂ ਕੋਰਸ ਸ਼ੁਰੂ ਕੀਤੇ ਹੈਗੇ ਉਹਨਾਂ ਨੂੰ 2-2 ਸਾਲ ਦੇ ਵਰਕ ਪਰਮਿਟ ਉਹਨਾਂ ਨੇ ਕਿਹਾ ਹੈਗਾ ਵੀ ਉਹ ਜਿਹੜੀ ਪਾਲਿਸੀ ਹੈਗੀ ਉਹ ਉਦਾਂ ਹੀ ਖੜੀ ਹੈ, ਉਹਨਾਂ ਨੇ ਕੋਈ ਉਹਦੇ ਤੇ ਚੇਂਜ ਨਹੀਂ ਕੀਤੀ। ਇਹ ਵੀ ਗੁੱਡ ਨਿਊਜ਼ ਹੈ ਸਟੂਡੈਂਟਸ ਵਾਸਤੇ ਜਿਹੜੇ ਕਿ ਮੋਰ ਸਾਲ ਕੰਪਲੀਟ ਕਰੂਗੇ ਆਪਣੀ ਐਜੂਕੇਸ਼ਨ ਤੇ ਉਹ ਵੀ ਇਹਦਾ ਫਾਇਦਾ ਲੈ ਸਕਣਗੇ। ਇਹ ਕਾਫੀ ਉਹਨਾਂ ਨੇ ਇੰਟੈਂਸ਼ਨਸ ਕੀਤੀਆਂ ਹੈਗੀਆਂ। ਇਕਬਾਲ ਦੇ ਵਿੱਚ ਕੁਝ 1.5 ਮਿੰਟ ਰਹਿੰਦਾ, ਮੈਂ ਥੋੜਾ ਚਾਹਾਂਗਾ ਤੁਸੀਂ ਰੀਕੈਪ ਕਰੋ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਤੁਹਾਡਾ ਕੋਈ ਸਵਾਲ ਜਵਾਬ ਹੈਗਾ, ਜਿਹੜੀ ਐਪਲੀਕੇਸ਼ਨ ਹੈਗੀ ਆ ਜਿੰਨੇ ਵੀ ਤੁਸੀਂ ਹੈਗੇ ਉਹਨਾਂ ਨੂੰ ਹੁਣ ਅਪਲਾਈ ਕਰਨਾ ਚਾਹੀਦਾ। ਦੇ ਸ਼ੁਡ ਨਾਟ ਵੇਟ ਅੰਟਿਲ ਕਿ ਲੋਕਡਾਊਨ ਖੁੱਲੇਗਾ। ਐਮ ਆਰ ਰਾਈਟ? ਹਾਂਜੀ ਬਿਲਕੁਲ। ਆਨਲਾਈਨ ਸਿਸਟਮ ਆਨਲਾਈਨ ਐਪਲੀਕੇਸ਼ਨ ਸਾਰੇ ਖੁੱਲੇ ਗਏ, ਪਰ ਸਿਰਫ ਇੱਥੇ ਹੈ ਵੀ ਤੁਸੀਂ ਅਪਲਾਈ ਕਰਕੇ ਜਸਟ ਗੈਟ ਇਨ ਦ ਕਿਊ
ਤੇ ਜਦੋਂ 100+ ਸੀਨੀਅਰ ਸੈਂਟਰਸ ਖੁੱਲਣਗੇ, ਜਦੋਂ ਜਦੋਂ ਸਾਰਾ ਤੁਹਾਡੇ ਫਿੰਗਰਪ੍ਰਿੰਟ ਹੋਣਗੇ ਤੁਹਾਡੇ ਪ੍ਰੋਪਰ, ਉਦੋਂ ਤੁਹਾਨੂੰ ਉਹਨਾਂ ਨੇ ਗ੍ਰਾਂਟ ਕਰ ਦੇਣਾ ਹੈਗਾ ਆ। ਪਰ ਇਹਦੇ ਵਿੱਚ ਕੋਈ ਰੋਕ ਨਹੀਂ ਹੈਗੀ ਵੀ ਤੁਸੀਂ ਜਦੋਂ ਹਾਂ, ਕਈ ਡਿਪਾਰਟਮੈਂਟ ਬੰਦ ਆ, ਰਿਸਪੌਂਸ ਨਹੀਂ ਆਊਗਾ ਫਿਲਹਾਲ ਹਲੇ, ਕਿਉਂਕਿ ਕਈ ਪ੍ਰੋਬਲਮਸ ਇਸ ਵੇਲੇ ਚੱਲਦੀਆਂ ਪਈਆਂ ਆ। ਪਰ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਕਰਨ ਦੇ ਵਿੱਚ ਕੋਈ ਰੋਕ ਨਹੀਂ ਹੈਗੀ, ਤੁਸੀਂ ਆਪਣੀ ਆਨਲਾਈਨ ਐਪਲੀਕੇਸ਼ਨ ਕਰਕੇ ਤੁਸੀਂ ਰੱਖ ਸਕਦੇ ਹੋ। ਤੇ ਜੇ ਤੁਸੀਂ ਵੇਟ ਵੀ ਕਰਨੀ ਹੈਗੀ ਹੈ ਜਾਂ ਥੋੜਾ ਬਹੁਤਾ ਖੁੱਲਣ ਦੇ ਵਿੱਚ, ਕਿਉਂਕਿ ਤੁਹਾਨੂੰ ਹੋਮ ਆਫਿਸ ਦੇ ਫੀਸਾਂ ਵਗੈਰਾ ਪੇ ਕਰਨੀਆਂ ਪੈ ਸਕਦੀਆਂ, ਜੇ ਤੁਸੀਂ ਵੇਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਆਪਣੀ ਫੀਸ ਨਹੀਂ ਪੇ ਕਰਨੀ ਹਾਲੇ, ਤੇ ਤੁਸੀਂ ਵੇਟ ਵੀ ਕਰ ਸਕਦੇ ਹੋ। ਪਰ ਤੁਹਾਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਸਾਰਾ ਕੁਝ ਓਪਨ ਹੈ, ਤੁਸੀਂ ਆਪਣਾ ਨੋਰਮਲੀ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ। ਕੁਲਦੀਪ ਜੀ ਥੈਂਕ ਯੂ ਸੋ ਮਚ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਜਿੱਦਾਂ ਉਹਨਾਂ ਨੇ ਸਾਰਾ ਕੁਝ ਸਮਝਾਇਆ, ਐਪਲੀਕੇਸ਼ਨ ਤੁਸੀਂ ਆਪਣੀ ਜਾਰੀ ਰੱਖੋ, ਉਹਨੂੰ ਸਟਾਪ ਨਾ ਕਰੋ, ਕੋਰਸਪੋਂਡੈਂਸ ਤੁਹਾਡੀ ਹੋਣੀ ਚਾਹੀਦੀ ਹੈ। ਉਹ ਤੁਸੀਂ ਚਾਹੁੰਦੇ ਹੋ ਤੇ ਸਾਡਾ ਆਪਣਾ ਨੰਬਰ ਛੱਡ ਦਿਓ 0121551101 ਤੇ, ਉਹ ਤੁਹਾਨੂੰ ਗਾਈਡ ਕਰਨਗੇ, ਤੁਹਾਡੀ ਐਪਲੀਕੇਸ਼ਨ ਨੂੰ ਫਾਰਮ ਲੈ ਸਕਦੇ ਨੇ। ਤੇ ਪਲੀਜ਼ ਇਸੇ ਤਰ੍ਹਾਂ ਹਰ ਵੀਕ ਅਸੀਂ 6:30 ਤੋਂ 7 ਵਜੇ ਮੰਡੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਹਰ ਦਫਾ ਤੁਸੀਂ ਦੇਖੋ, ਕਿਉਂਕਿ ਜਿਹੜੀ ਵੀ ਅਪਡੇਟ ਹੋਏਗੀ ਇਕਬਾਲਦੀਪ ਜੀ ਲੈ ਕੇ ਆਉਣਗੇ। ਅਗਲੇ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋਏਗੀ। ਆਪਾਂ ਫਤਿਹ ਬੁਲਾਈਏ ਇਕਬਾਲਦੀਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।